चैनल मैं तुहाडा अपना मनप्रीत रंदिओ। जिस तरह कहते ने कि फैले विद्या चानण होए, जिहड़ी विद्या वो फैलण दे नाल वधदी आ ते मनुख दा ये तीसरा नेत्र आ। ते गुरुआं जी ने गुरु साहिबाना ने भी कहा कि जिहड़ी ये विद्या दे बिन घोर अंधेरा। तो अज असी नैशनल कॉलेज दराहा दे विखे पहुँचे हाँ, जिहड़ा कि यह विद्या का एक हल्का पैल सानेवाल दे विच एक चानण मनारा बनया होया है। जे असी इहदी गल करिए तां इत्थों दे कॉलेज ने IPS बड़े डॉक्टर इंजीनियर फिलासफर ते चंगे अध्यापक पैदा किए ने। अज साडे नाल स्कूल दे प्रिंसीपल डॉक्टर निर्लेप कौर जी दिओल जुड़े ने। ते आओ कॉलेज दे बारे इन्हां दे नाल गलबात करदे हां ते एजुकेशन बारे विच गलबात करदे हां। निर्लेप कौर मैडम जी, तुहाडा देश दुनिया चैनल दे विच स्वागत है। थैंक यू जी, थैंक यू सो मच। ते मैडम आपां एक्चुअली पहलां गल करिए कि भी जिहड़ी एजुकेशन आ ते एजुकेशन दी जिहड़ी रियल सेंस आ की आ? मनप्रीत जी, एजुकेशन की रीयल सेंस ये हैगी आ कि एजुकेशन हर इंसान नूं, हर इंडिविजुअल नूं वो बनना सिखाउंदी है जो उन्होंने बनना चाहिए, तो वो बनन तो रोकदी है जो उन्होंने नहीं बनना चाहिए। जिहदे विच हर इंडिविजुअल की टोटल डिवेलपमेंट आ जाती है। टोटल डिवेलपमेंट दे विच 4 आसपैक्ट होंदे ने, जिहड़े फिजिकल, मैंटल, सोशल ते इमोशनल आसपैक्ट होंदे ने, जिहड़े कि हर इंडिविजुअल दे विच जे डिवेलप हो जाण ਤਾਂ ਉਹ ਰੀਅਲ ਸੈਂਸ ਦੇ ਵਿੱਚ ਇੱਕ ਅੱਛਾ ਇਨਸਾਨ ਤੇ ਅੱਛਾ ਨਾਗਰਿਕ ਬਣ ਕੇ ਆਪਣੇ ਕੰਟਰੀ ਦੇ ਲਈ ਦੇਣ ਦੇ ਸਕਦਾ ਹੈਗਾ ਆ। ਸੋ ਇਹ ਜਿਹੜੇ ਆਸਪੈਕਟ ਅਸੀਂ ਪੂਰੇ ਕਰਨੇ ਹੁੰਦੇ ਨੇ, ਇਹ ਜਿਹੜੇ ਅਸੀਂ ਕਹਿ ਲਓ ਕਿ ਕੰਪੋਨੈਂਟ ਇੰਡੀਵਿਜੂਅਲ ਦੇ ਵਿੱਚ ਫਿਲ ਕਰਨੇ ਹੁੰਦੇ ਨੇ, ਉਹ ਸਾਡੇ ਹਰ ਬੱਚੇ ਦੇ ਵਿੱਚ ਉਹਦੇ ਘਰ ਮਾਂ ਤੋਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਸਕੂਲ ਤੋਂ ਬਾਅਦ ਕਾਲਜ ਤੇ ਕਾਲਜ ਤੋਂ ਬਾਅਦ ਉਹ ਆਪਣੀ ਸੁਸਾਇਟੀ ਦੇ ਵਿੱਚੋਂ ਸਿੱਖਦਾ ਹੈਗਾ। ਸੋ ਐਜੂਕੇਸ਼ਨ ਦਾ ਜਿਹੜਾ ਰੀਅਲ ਸੈਂਸ ਹੈਗੀ ਆ ਉਹਦਾ ਮਤਲਬ ਕੀ ਹੈਗਾ कि इंडिविजुअल की टोटल डिवेलपमेंट करना। सो वो टोटल डिवेलपमेंट जिहड़ी हैगी आ फॉर्मल एजुकेशन दे राही जिहड़ी हैगी आ वो बच्चों दे विच डिग्रीज हासिल हो के वो अपने जॉब दे वास्ते जिहड़े कैरियर दे वास्ते जानकार हो जाते हैगे ने। ते दूजा इनफॉर्मल एजुकेशन जिहड़ी कि असी इत्थे ही इंस्टीट्यूशनस दे विचों सिੱਖਦੇ हैगे आ, वो इन्हां साडे अध्यापकों के राही ही असी सिखा सकते हैं तो सीख सकते हैं। असी भी अपने अध्यापकों तो सीख के इन्हां स्टेजिस दे उत्ते पहुँचे हैं। ਅਸੀਂ ਚਾਹੁੰਦੇ ਹਾਂ ਕਿ ਸਮਾਜ ਦੇ ਵਿੱਚ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਸਿਖਾ ਕੇ ਇੱਕ ਅੱਛੇ ਇਨਸਾਨ ਬਣਾ ਸਕੀਏ। ਵਿਦਿਆ ਪ੍ਰਚਾਰੀ ਤਾਂ ਪਰਉਪਕਾਰੀ, ਤੇ ਉਹ ਗਹਿਣਾ ਵੀ ਜਿਹਨੂੰ ਮਤਲਬ ਮਨੁੱਖ ਪਾਉਂਦਾ ਤੇ ਉਹਦਾ ਸ਼ਿੰਗਾਰ ਬਣਦਾ ਤੇ ਇਹਨੂੰ ਖੋ ਨਹੀਂ ਸਕਦਾ। ਤੇ ਇੱਕ ਦੁਨੀਆ ਤੇ ਇਹੋ ਜਿਹੀ ਮੈਡਮ ਚੀਜ਼ ਬਣੀ ਆ ਕਿ ਵੀ ਜਿਹੜੀ ਚੀਜ਼ ਅਸੀਂ ਵੰਡਾਂਗੇ ਇਹ ਇੱਕੋ ਇੱਕ ਐਜੂਕੇਸ਼ਨ ਆ ਜਿਹਦੇ ਨਾਲ ਇਹ ਵੱਧਦੀ ਆ, ਘਟਦੀ ਨਹੀਂ ਹੈਗੀ। ਤੇ ਤੁਹਾਡਾ ਅਦਾਰਾ ਗੁਰੂ ਨਾਨਕ ਨੈਸ਼ਨਲ ਕਾਲਜ ਤੇ ਇੱਕ ਮੰਨਿਆ ਪਰਮੰਨਿਆ ਹਲਕੇ ਦੇ ਵਿੱਚ ਅਦਾਰਾ। ਤੇ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਨਾਲ ਕਿ ਇਹਨੂੰ ਕਾਲਜ ਨੂੰ ਖੋਲ੍ਹਣ ਦੀ ਤੁਹਾਨੂੰ ਲੋੜ ਕਿਉਂ ਪਈ, ਤੇ ਜਦੋਂ ਇਸ ਕਾਲਜ ਨੂੰ ਖੋਲ੍ਹਿਆ ਤੇ ਤੁਹਾਨੂੰ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ? हाँ जी मनप्रीत जी, जेकर तुसी ये जानना चाਹੁੰਦੇ हैगे कि इस कॉलेज ਨੂੰ ਖੋਲ੍ਹਣ ਦੀ ਲੋੜ ਕਿਉਂ ਪਈ, इस कॉलेज ਨੂੰ ਖੋਲ੍ਹਣ ਦੀ ਲੋੜ ਸਾਡੇ ਬਹੁਤ ਹੀ ਸਤਿਕਾਰਤ ਡਾਕਟਰ ਈਸ਼ਵਰ ਸਿੰਘ ਜੀ ਜੋ ਕਿ ਸਾਡੇ ਵਿਚਕਾਰ ਹੁਣ ਨਹੀਂ ਹੈਗੇ, ਉਹਨਾਂ ਦੀ ਸੋਚ ਜਿਹੜੀ ਕਿ ਇੰਨੀ ਕਿ ਨਿਰਪੱਖ ਤੇ ਉੱਚੀ ਸੋਚ ਸੀਗੀ। ਬੇਸ਼ੱਕ ਉਹ ਡਾਕਟਰ ਪੇਸ਼ੇ ਦੇ ਤੌਰ ਦੇ ਉੱਤੇ ਡਾਕਟਰ ਸੀਗੇ, ਪਰ ਸਮਾਜ ਦੇ ਲਈ ਉਹ ਇੱਕ ਬਹੁਤ ਵੱਡੇ ਸਮਾਜ ਸੇਵੀ ਹੋਏ ਨੇ, ਜਿਹਦੇ ਕਰਕੇ ਉਹਨਾਂ ਨੇ ਇੱਥੇ ਇਸ ਸੰਸਥਾ ਨੂੰ ਸ਼ੁਰੂ ਕੀਤਾ। ਉਹਨਾਂ ਦਾ ਮੇਨ ਮਕਸਦ ਕੀ ਸੀਗਾ ਕਿ ਉਹਨਾਂ ਨੇ ਦੇਖਿਆ ਕਿ ਆਲੇ ਦੁਆਲੇ ਇਲਾਕੇ ਦੇ ਵਿੱਚ, ਆਲੇ ਦੁਆਲੇ ਏਰੀਆ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਮਤਲਬ ਐਜੂਕੇਸ਼ਨ ਇੰਸਟੀਟਿਊਸ਼ਨ ਨਹੀਂ ਹੈਗੀ ਜਿਹਦੇ ਨਾਲ ਅਸੀਂ ਆਪਣੇ ਜਿਹੜੇ ਕਹਿ ਲਓ ਕਿ ਰੂਰਲ ਏਰੀਆਜ਼ ਦੇ ਬੱਚੇ ਹੈਗੇ ਉਹਨਾਂ ਨੂੰ ਕੈਟਰ ਕਰ ਸਕੀਏ। ਸਪੈਸ਼ਲੀ ਮੈਂ ਵੀ ਆਪਣੇ ਸਮੇਂ ਦੇ ਵਿੱਚ ਜਦੋਂ ਤੋਂ ਮੈਂ ਇੱਥੇ ਜੁਆਇਨ ਕੀਤਾ ਸੀ, ਮੈਂ ਦੇਖਿਆ ਕਿ ਡਾਕਟਰ ਸਾਹਿਬ ਦਾ ਬਹੁਤ ਜ਼ਿਆਦਾ ਧਿਆਨ ਇਸ ਗੱਲ ਵੱਲ ਹੁੰਦਾ ਸੀ ਕਿ ਜਿਹੜੀਆਂ ਆਲੇ ਦੁਆਲੇ ਪਿੰਡਾਂ ਦੇ ਵਿੱਚ ਰਹਿਣ ਵਾਲੀਆਂ ਲੜਕੀਆਂ ਹੈਗੀਆਂ ਉਹ ਪੜ੍ਹਨ, ਕਿਉਂਕਿ ਇਹ ਇੱਕ ਸੋਚ ਹੈ ਕਿ ਜੇਕਰ ਲੜਕੀ ਪੜ੍ਹ ਗਈ ਤਾਂ ਘਰ ਪੂਰੇ ਦਾ ਪੂਰਾ ਸਮਾਜ ਜਿਹੜਾ ਪੜ੍ਹ ਜਾਂਦਾ ਹੈ। ਜਿਹੜੇ ਸਨ ਦੇ ਵਿੱਚ ਇਹਦੀ ਸਥਾਪਨਾ ਹੋਈ ਸੀ ਕਾਲਜ ਦੀ? ਇਸ ਦੀ ਸਥਾਪਨਾ ਤਾਂ 8 ਸਤੰਬਰ 1972 ਦੇ ਵਿੱਚ ਹੋਈ ਆ, ਪਰ 1969 ਦੇ ਵਿੱਚ ਹੀ ਡਾਕਟਰ ਸਾਹਿਬ ਨੇ ਇਹ ਸੋਚ ਮਤਲਬ ਆਪਣੇ ਨਾਲ ਦੇ ਸੰਗੀ ਸਾਥੀਆਂ ਦੇ ਸਾਹਮਣੇ ਰੱਖੀ, ਜਿਸ ਕਰਕੇ ਉਹਨਾਂ ਨੇ ਮਤਲਬ ਇਹਨੂੰ ਅੱਗੇ ਵਧਾਉਣ ਦੇ ਲਈ ਆਪਣੇ ਜਿਹੜੇ ਫਰੈਂਡ ਸਰਕਲ ਦੇ ਵਿੱਚ ਇਹ ਮਤਲਬ ਸੋਚਿਆ ਕਿ ਅਸੀਂ
ਆਪਣੇ ਰੂਰਲ ਏਰੀਆਜ਼ ਦੇ ਵਿੱਚ ਜਿਹੜੇ ਵਿਦਿਆਰਥੀ ਹੈਗੇ ਆ ਉਹਨਾਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦੇਣ ਦੇ ਵਾਸਤੇ ਉਹਨਾਂ ਨੇ ਉਸ ਟਾਈਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਗੱਲ ਕੀਤੀ। ਉਸ ਟਾਈਮ ਦੇ ਜਿਹੜੇ ਸਾਡੇ ਪ੍ਰੈਜ਼ੀਡੈਂਟ ਸੀਗੇ ਨਿਰਜੈਲ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਇਲਾਕੇ ਦੇ ਜਿਹੜੇ ਮੋਹਤਵਾਨ ਜਿਹੜੇ ਮੈਂਬਰ ਸੀਗੇ ਜਿਵੇਂ ਸ਼੍ਰੀ ਸੋਮ ਪ੍ਰਕਾਸ਼ ਜੀ, ਸ਼੍ਰੀ ਟੰਡਨ ਜੀ, ਇਸ ਤੋਂ ਇਲਾਵਾ ਓਮ ਪ੍ਰਕਾਸ਼ ਬੈਕਟਰ ਜੀ ਤੇ ਇਸ ਤੋਂ ਇਲਾਵਾ ਹੋਰ ਵੀ ਉਹਨਾਂ ਦੇ ਬਹੁਤ ਸਾਰੇ ਫਰੈਂਡਸ ਜਿਨ੍ਹਾਂ ਨੇ ਇਸ ਕਾਲਜ ਨੂੰ ਅੱਗੇ ਵਧਾਉਣ ਦੇ ਵਾਸਤੇ ਉਹਨਾਂ ਦਾ ਬਹੁਤ ਵੱਡਾ ਸਾਥ ਦਿੱਤਾ। ਸੋ 8 ਸਤੰਬਰ 1972 ਨੂੰ ਇਸ ਕਾਲਜ ਦੀ ਸਥਾਪਨਾ ਦਾ ਨੀਂਹ ਪੱਥਰ ਸਰਦਾਰ ਗਿਆਨੀ ਜੈਲ ਸਿੰਘ ਜੀ ਦੁਆਰਾ ਰੱਖਿਆ ਗਿਆ। ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਰੂਰਲ ਏਰੀਆ ਦੇ ਨੂੰ ਸਟੈਬਲ ਕਰਨ ਦੇ ਲਈ, ਉਹਨਾਂ ਦੇ ਵਿੱਚ ਗਰੋਥ ਕਰਨ ਦੇ ਲਈ ਬੱਚਿਆਂ ਦੀ ਤੇ ਖਾਸ ਕਰਕੇ ਬੇਟੀਆਂ ਦੀ, ਉਸ ਸਮੇਂ ਨਾ ਜਦੋਂ ਇਹ ਕਾਲਜ ਦੀ ਸਥਾਪਨਾ ਹੋਈ ਆ ਤੇ ਲੋਕ ਇੰਨੇ ਅਵੇਅਰ ਨਹੀਂ ਹੁੰਦੇ ਸੀ ਕਿ ਲੜਕੀਆਂ ਨੂੰ ਬਾਹਰ ਭੇਜਣ ਤੇ ਇਕੱਲੀਆਂ ਨੂੰ ਭੇਜਣ। ਉਸ ਸਮੇਂ ਕੋਈ ਬੈਨਾਂ ਦਾ ਅਰੇਂਜਮੈਂਟ ਕੀਤਾ? ਕਿੱਦਾਂ ਉਹਨਾਂ ਨੇ ਘਰ ਘਰ ਜਾ ਕੇ ਇਹ ਬੇਟੀਆਂ ਦੇ ਲਈ ਲੋਕਾਂ ਨੂੰ ਮੋਟੀਵੇਟ ਕੀਤਾ ਹੋਊਗਾ? ਹਾਂਜੀ, ਜੋ ਅਸੀਂ ਸਾਰਾ ਕੁਝ ਅਸੀਂ ਸੁਣਿਆ ਔਰ ਦੇਖਿਆ ਹੈਗਾ ਆ ਕਿ ਉਸ ਸਮੇਂ ਡਾਕਟਰ ਸਾਹਿਬ ਨੇ ਮਤਲਬ ਬੇਸ਼ੱਕ ਉਹ ਪੇਸ਼ੇ ਦੇ ਤੌਰ ਦੇ ਉੱਤੇ ਡਾਕਟਰ ਸੀਗੇ, ਉਹ ਵੀ ਇੱਕ ਬਹੁਤ ਵੱਡੀ ਸਮਾਜ ਸੇਵਾ ਹੈ। ਉਹ ਸਮਾਜ ਸੇਵਾ ਕਰਦੇ ਹੋਏ ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਸੀਗਾ ਉਹ ਆਪਣੇ ਜਿਹੜੇ ਨਾਲ ਦੇ ਮਤਲਬ ਇਲਾਕੇ ਦੇ ਮੋਹਤਵਾਨ ਮੈਂਬਰ ਸੀਗੇ ਉਹਨਾਂ ਨੂੰ ਨਾਲ ਲੈ ਕੇ ਘਰ ਘਰ ਵੀ ਉਹ ਜਾਂਦੇ ਰਹੇ ਹੈਗੇ ਨੇ ਕਿ ਵਿਦਿਆਰਥਣਾਂ ਨੂੰ ਜਾਂ ਜਿਹੜੀਆਂ ਲੜਕੀਆਂ ਹੈਗੀਆਂ ਆ ਉਹਨਾਂ ਨੂੰ ਪੜ੍ਹਨ ਵਾਸਤੇ ਭੇਜਣ। ਜਿਵੇਂ ਕਿ ਤੁਸੀਂ ਕਿਹਾ ਕਿ ਉਸ ਟਾਈਮ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਮਤਲਬ ਇਹ ਚਾਹੁੰਦੇ ਨਹੀਂ ਸੀਗੇ ਕਿ ਸਾਡੀਆਂ ਲੜਕੀਆਂ ਬਾਹਰ ਜਾਣ। ਉਹਨਾਂ ਨੇ ਉਹਨਾਂ ਨੂੰ ਸਮਝਾਇਆ, ਉਹਨਾਂ ਨੂੰ ਮੋਟੀਵੇਟ ਕੀਤਾ ਕਿ ਅਸੀਂ ਉਹਨਾਂ ਦਾ ਪ੍ਰੋਪਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਰਿਸਪੌਂਸਿਬਿਲਿਟੀ ਲਈ ਕਿ ਜੇਕਰ ਤੁਸੀਂ ਇਸ ਸੰਸਥਾ ਦੇ ਵਿੱਚ ਵਿਦਿਆਰਥੀਆਂ ਨੂੰ ਭੇਜੋਗੇ ਤਾਂ ਅਸੀਂ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਲਵਾਂਗੇ। ਔਰ ਸਭ ਤੋਂ ਜ਼ਿਆਦਾ ਇਹਦੀ ਜਦੋਂ ਇਹ ਕਾਲਜ ਸ਼ੁਰੂ ਹੋਇਆ ਉਦੋਂ ਤਾਂ ਬਹੁਤ ਛੋਟੀ ਜਿਹੀ ਬਿਲਡਿੰਗ ਸੀਗੀ ਤੇ ਹੌਲੀ ਹੌਲੀ ਇਸ ਸਮੱਸਿਆ ਦਾ ਹੱਲ ਲੱਭਣ ਦੇ ਵਾਸਤੇ ਡਾਕਟਰ ਸਾਹਿਬ ਨੇ ਕਾਲਜ ਦੇ ਵਿੱਚ ਇੱਕ ਵਿਲੱਖਣ ਚੀਜ਼ ਕੀਤੀ ਜਿਹੜੀ ਕਿ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਕਾਲਜ ਦੇ ਵਿੱਚ ਹੋਏਗੀ ਕਿ ਇੱਥੇ ਬੇਸ਼ੱਕ ਇਹ ਅੱਜ ਦੇ ਸਮੇਂ ਦੇ ਵਿੱਚ ਕੋ ਐਜੂਕੇਸ਼ਨ ਵੀ ਚੱਲ ਰਿਹਾ, ਫਿਰ ਵੀ ਸਾਡੇ ਕੋਲ ਇੱਕ ਗਰਲਜ਼ ਵਿੰਗ ਵੱਖਰਾ ਹੈਗਾ ਜਿੱਥੇ ਲੜਕੀਆਂ ਨੂੰ ਹਰ ਤਰ੍ਹਾਂ ਦਾ ਘਰ ਵਰਗਾ ਸੁਖਾਵਾਂ ਮਾਹੌਲ ਦਿੱਤਾ ਜਾਂਦਾ ਆ। ਉਹ ਪੜ੍ਹਾਈ ਤੋਂ ਬਾਅਦ ਆਪਣੇ ਉਸ ਏਰੀਆ ਦੇ ਵਿੱਚ ਆਰਾਮ ਦੇ ਨਾਲ ਬੈਠ ਕੇ ਆਪਣੀਆਂ ਹੀ ਮਤਲਬ ਸਾਥੀਆਂ ਦੇ ਨਾਲ, ਆਪਣੀਆਂ ਸਹੇਲੀਆਂ ਦੇ ਨਾਲ ਐਜੂਕੇਸ਼ਨ ਦੇ ਰਿਗਾਰਡਿੰਗ ਡਿਸਕਸ਼ਨਸ ਕਰ ਸਕਦੇ ਹੈਗੇ ਨੇ। ਉਹਨਾਂ ਵਾਸਤੇ ਸੈਪਰੇਟ ਲਾਇਬ੍ਰੇਰੀ ਵੀ ਬਣਾਈ ਗਈ ਹੈਗੀ ਆ ਔਰ ਇਸ ਤੋਂ ਇਲਾਵਾ ਹੋਰ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਡਾਕਟਰ ਸਾਹਿਬ ਨੇ ਹੌਲੀ ਹੌਲੀ ਇਹਨੂੰ ਇੱਥੇ ਕਾਲਜ ਦੇ ਵਿੱਚ ਵਧਾਉਣਾ ਸ਼ੁਰੂ ਕੀਤਾ। ਔਰ ਤੇ ਹਮੇਸ਼ਾ ਹੀ ਉਹਨਾਂ ਦੀ ਬਹੁਤ ਵੱਡੀ ਇਹ ਸੋਚ ਰਹੀ ਆ ਕਿ ਉਹਨਾਂ ਨੇ ਆਪਣੀ ਮੈਨੇਜਮੈਂਟ ਦੇ ਵਿੱਚ ਆਪਣੇ ਜਿਹੜੇ ਕਾਲਜ ਨੂੰ ਚਲਾਉਣ ਵਾਲੇ ਲੋਕ ਉਹੀ ਮਤਲਬ ਅੱਗੇ ਲਿਆਂਦੇ ਜਿਹੜੇ ਕਿ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਣ ਦੇ ਵਿੱਚ ਉਹਨਾਂ ਨੂੰ ਹੈਲਪ ਕਰਦੇ ਸੀ। ਡਾਕਟਰ ਸਾਹਿਬ ਤਾਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਹੈਗੇ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਹਮੇਸ਼ਾ ਅਮਰ ਰਹਿਣਗੇ। ਤੇ ਹੁਣ ਇਸ ਕਾਲਜ ਨੂੰ ਉਹਨਾਂ ਦੇ ਘਰ ਦੇ ਵਿੱਚੋਂ ਜਾਂ ਉਹਨਾਂ ਦੀ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਜਾਂ ਕੋਈ ਮੈਨੇਜਮੈਂਟ ਕਮੇਟੀ ਆ ਤੇ ਫਰਦਰ ਇਹਨਾਂ ਨੂੰ ਤੁਹਾਨੂੰ ਕਾਲਜ ਨੂੰ ਕੌਣ ਸਪੋਰਟ ਕਰ ਰਿਹਾ? ਉਹਨਾਂ ਦੇ ਘਰ ਦੇ ਵਿੱਚੋਂ ਉਹਨਾਂ ਦੀ ਡਾਟਰ ਮਿਸਿਸ ਰੂਪ ਬਰਾੜ ਜਿਹੜੇ ਕਿ ਐਜ਼ ਏ ਪ੍ਰੈਜ਼ੀਡੈਂਟ ਇਸ ਕਾਲਜ ਨੂੰ ਆਪਣੀ ਪੂਰੀ ਦੇਣ ਦੇ ਰਹੇ ਹੈਗੇ ਨੇ। ਉਹਨਾਂ ਦੀ ਛਤਰ ਛਾਇਆ ਦੇ ਅੰਡਰ ਇਹ ਕਾਲਜ ਚੱਲ ਰਿਹਾ। ਇਸ ਤੋਂ ਇਲਾਵਾ ਉਹਨਾਂ ਦਾ ਸਨ ਸਰਦਾਰ ਹਰਪ੍ਰਤਾਪ ਸਿੰਘ ਜੀ ਬਰਾੜ ਜਿਹੜੇ ਕਿ ਸਾਡੇ ਸੈਕਟਰੀ ਵੀ ਹੈਗੇ ਨੇ, ਸਰਦਾਰ ਪਵਿੱਤਰਪਾਲ ਸਿੰਘ ਜੀ ਪਾਂਗਲੀ, ਸਰਦਾਰ ਜਗਜੀਵਨਪਾਲ ਗਿੱਲ, ਸਰਦਾਰ ਹਰਜੀਵਨਪਾਲ ਗਿੱਲ, ਸ਼੍ਰੀ ਬੈਕਟਰ ਸਰ, ਇਸ ਤੋਂ ਇਲਾਵਾ ਸਰਦਾਰ ਰਜਿੰਦਰ ਸਿੰਘ ਜੀ ਹੈਗੇ ਨੇ। ਮਤਲਬ ਇਸ ਅੱਛੀ ਮੈਨੇਜਮੈਂਟ ਕਮੇਟੀ ਹੈਗੀ। ਹਾਂਜੀ, ਬਹੁਤ ਅੱਛੀ ਮੈਨੇਜਮੈਂਟ ਕਮੇਟੀ। ਇਸ ਤੋਂ ਇਲਾਵਾ ਡਾਕਟਰ ਸਾਹਿਬ ਦੀ ਉਹ ਬੇਟੀ ਮੈਡਮ ਮਿਸਿਸ ਸਰਤਾਜ ਕੌਰ ਢਿੱਲੋਂ ਤੇ ਈਵਨ ਉਹਨਾਂ ਦੇ ਹਸਬੈਂਡ ਸਰਦਾਰ ਭੁਪਿੰਦਰ ਸਿੰਘ ਢਿੱਲੋਂ ਜੀ, ਸਾਰੇ ਹੀ ਰਲ ਮਿਲ ਕੇ ਕਾਲਜ ਨੂੰ ਚਲਾਉਣ ਦੇ ਵਾਸਤੇ ਬਹੁਤ ਵੱਡਾ ਰੋਲ ਅਦਾ ਕਰ ਰਹੇ ਹੈਗੇ ਨੇ। ਔਰ ਸਾਨੂੰ ਹਮੇਸ਼ਾ ਹੀ ਮੈਨੇਜਮੈਂਟ ਦੀ ਇੰਨੀ ਕੁ ਜ਼ਿਆਦਾ ਸਪੋਰਟ ਰਹੀ ਹੈਗੀ ਆ ਜਿਹਦੇ ਕਰਕੇ ਸਾਡਾ ਸਟਾਫ ਵੀ ਹਮੇਸ਼ਾ ਵੱਧ ਚੜ੍ਹ ਕੇ ਕੰਮ ਕਰਨ ਦੇ ਵਾਸਤੇ ਅੱਗੇ ਆਉਂਦਾ ਹੈਗਾ। ਤੇ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਬੇਸ਼ੱਕ ਡਾਕਟਰ ਸਾਹਿਬ ਸਾਡੇ ਵਿਚਕਾਰ ਨਹੀਂ ਹੈਗੇ ਪਰ ਅਸੀਂ ਹਮੇਸ਼ਾ ਫੀਲ ਕਰਦੇ ਹਾਂ ਕਿ ਉਹਨਾਂ ਦੀ ਰੂਹ ਸਾਡੇ ਵਿਚਕਾਰ ਹੁੰਦੀ ਆ ਔਰ ਹਰ ਫੰਕਸ਼ਨ ਦੇ ਵਿੱਚ ਸਾਨੂੰ ਅਹਿਸਾਸ ਹੁੰਦਾ ਆ ਕਿ ਉਹ ਸਾਡੇ ਨਾਲ ਨੇ। ਮੈਡਮ ਜੇ ਹੁਣ ਆਪਾਂ ਤੁਹਾਡੇ ਕਾਲਜ ਦੇ ਵਿੱਚ ਕੋਰਸਿਸ ਦੀ ਗੱਲ ਕਰੀਏ, ਹਾਂਜੀ, ਜਿਸ ਤਰ੍ਹਾਂ ਕਿਹੜੇ ਕੋਰਸਿਸ ਨੇ, ਪੜ੍ਹਾਈ ਤੋਂ ਇਲਾਵਾ ਵੀ ਕੋਰਸਿਸ ਨੇ, ਸਿਲਾਈ ਕਢਾਈ ਦੇ ਕੋਰਸਿਸ ਨੇ, ਕੰਪਿਊਟਰ ਦੇ ਕੋਰਸਿਸ ਨੇ, ਹੈ ਨਾ ਜੀ, ਤੇ ਕਿੱਦਾਂ ਦੇ ਕੋਰਸਿਸ ਅਵੇਲੇਬਲ ਨੇ ਸਕੂਲ ਕਾਲਜ ਦੇ ਵਿੱਚ ਕਿ ਜਿਹੜੇ ਵਿਦਿਆਰਥੀਆਂ ਨੂੰ ਕਰਵਾਏ ਜਾਂਦੇ ਨੇ? ਸਾਡੇ ਕਾਲਜ ਦੇ ਵਿੱਚ ਅੰਡਰ ਗ੍ਰੈਜੂਏਟ ਕੋਰਸਿਸ BA, BBA, BCA, BCom, BSc ਨਾਨ ਮੈਡੀਕਲ, PGDCA, MSc IT,
MA ਪੋਲੀਟੀਕਲ ਸਾਇੰਸ, MA ਪੰਜਾਬੀ, MA ਸੋਸ਼ੀਓਲੋਜੀ, ਇਹ ਸਾਰੇ ਕੋਰਸਿਸ ਚੱਲਦੇ ਹੈਗੇ ਨੇ। ਤੇ ਇਹਦੇ ਵਿੱਚ ਮਤਲਬ ਜਿਹੜੇ ਕਹਿ ਲਓ ਕਿ ਸਕਿੱਲ ਬੇਸਡ ਕੋਰਸਿਸ ਵੀ ਜਿਹੜੇ ਹੈਗੇ ਨੇ, ਉਹਦੇ ਵਿੱਚ ਜਿਵੇਂ ਫੈਸ਼ਨ ਡਿਜ਼ਾਈਨਿੰਗ ਸਾਡੇ ਕੋਲ ਸਬਜੈਕਟ ਹੈਗਾ, ਆਫਿਸ ਮੈਨੇਜਮੈਂਟ ਸਬਜੈਕਟ ਹੈਗਾ, ਕੰਪਿਊਟਰ ਸਾਇੰਸ ਜਿਹਦੇ ਵਿੱਚ ਬੱਚਿਆਂ ਨੂੰ ਕੰਪਿਊਟਰ ਦੇ ਨਾਲ ਕੈਟਰ ਕੀਤਾ ਜਾਂਦਾ ਹੈ। ਜਿਹੜੇ ਵਿਦਿਆਰਥੀ ਇਕੱਲਾ ਇੱਕ ਮਤਲਬ 6-6 ਮਹੀਨੇ ਦਾ ਕੋਰਸ ਕਰਨਾ ਚਾਹੁੰਦੇ ਨੇ, ਉਹਦੇ ਤੋਂ ਬਿਨਾਂ ਜੇਕਰ ਜਿਹੜਾ ਬੱਚਾ BCA ਕਰਕੇ ਨਿਕਲਦਾ ਹੈਗਾ ਆ, ਉਹ ਜ਼ਿਆਦਾ ਮਤਲਬ ਪੋਲਿਸ਼ਡ ਹੁੰਦਾ ਆ ਔਰ ਉਹਨੂੰ ਜ਼ਿਆਦਾ ਜਿਹੜੇ ਜੌਬ ਦੀਆਂ ਜਿਹੜੀਆਂ ਫੈਸਿਲਿਟੀਜ਼ ਜਾਂ ਜੌਬ ਦੀਆਂ ਜਿਹੜੀਆਂ ਜ਼ਿਆਦਾ ਕਹਿ ਲਓ ਕਿ ਉਹਨੂੰ ਮੌਕੇ ਮਿਲਦੇ ਹੈਗੇ ਨੇ। ਜਿਹੜੇ 6 ਮੰਥ ਕੋਰਸ ਹੈ ਜਾਂ 1 ਸਾਲ ਦਾ ਕੋਰਸ ਆ, ਇਹਦੇ ਲਈ ਤੁਸੀਂ ਇਹਨਾਂ ਨੂੰ ਜਿਹੜੇ ਸਰਟੀਫਿਕੇਟ ਨੇ ਉਹ ਵੈਲਿਡ ਸਰਟੀਫਿਕੇਟ ਜਾਂ ਕਿਹੜੇ ਅਦਾਰੇ ਦੇ ਸਰਟੀਫਿਕੇਟ ਇਸ਼ੂ ਕਰਦੇ ਹੋ? ਜਿਹੜਾ ਜੀ ਸਾਡੇ ਕੋਲ 1 ਈਅਰ ਕੋਰਸ ਜਿਵੇਂ PGDCA ਦਾ ਹੈਗਾ, ਉਹ ਤਾਂ ਸਾਡੀ ਪੰਜਾਬ ਯੂਨੀਵਰਸਿਟੀ ਦੇ ਨਾਲ ਹੀ ਐਫੀਲੀਏਟਡ ਤੇ ਪੰਜਾਬ ਯੂਨੀਵਰਸਿਟੀ ਦਾ ਸਰਟੀਫਿਕੇਟ ਹੀ ਮਿਲਦਾ ਹੈਗਾ। ਇਸ ਤੋਂ ਇਲਾਵਾ ਅਸੀਂ ਕੁਝ ਨਾਨ ਫਾਰਮਲ ਕੋਰਸਿਸ ਵੀ ਚਲਾਉਂਦੇ ਹੈਗੇ ਹਾਂ, ਜਿਹਦੇ ਵਿੱਚ ਅਸੀਂ ਇੰਗਲਿਸ਼ ਸਪੋਕਨ ਅੱਜ ਕੱਲ੍ਹ ਵੀ ਸਾਡੀਆਂ ਕਲਾਸਾਂ ਲੱਗੀਆਂ ਹੋਈਆਂ ਹੈਗੀਆਂ ਨੇ। ਇਸ ਤੋਂ ਇਲਾਵਾ ਜਿਹੜੀ ਆਫਿਸ ਮੈਨੇਜਮੈਂਟ ਵਿੱਚ ਜਿਹੜੀ ਹੈਗੀ ਨੇ ਪ੍ਰੈਕਟਿਸ, ਟਾਈਪਿੰਗ ਦੀ ਪ੍ਰੈਕਟਿਸ ਦੇ ਵਾਸਤੇ, ਤੇ ਇਸ ਵਾਰੀ ਅਸੀਂ ਜਿਹੜਾ ਹੈਗਾ ਆ ਰਿਕਾਰਡਿੰਗ ਦੇ ਰਿਗਾਰਡਿੰਗ ਇੱਕ ਕੋਰਸ ਸ਼ੁਰੂ ਕਰ ਰਹੇ ਹੈਗੇ ਆ ਮਿਊਜ਼ਿਕ ਡਿਪਾਰਟਮੈਂਟ ਵੱਲੋਂ। ਜਿਹੜੇ ਵਿਦਿਆਰਥੀ ਉਹ ਸਿੱਖਣਾ ਚਾਹੁੰਦੇ ਹੋਣਗੇ, ਅਸੀਂ ਉਹਨਾਂ ਨੂੰ ਇਹ ਮੌਕਾ ਵੀ ਜ਼ਰੂਰ ਦੇਵਾਂਗੇ। ਮੈਡਮ, ਜਿਹੜੇ ਬੱਚੇ 10+2 ਦੇ ਵਿੱਚ ਤੁਹਾਡੇ ਕਾਲਜ ਦੇ ਵਿੱਚ ਆਉਂਦੇ ਨੇ, ਚੰਗੇ ਪਰਸੈਂਟੇਜ ਨੇ, ਉਹਨਾਂ ਦੇ 90% ਮਾਰਕਸ ਹੁੰਦੇ ਨੇ, ਜਾਂ ਕਈ ਵਿਦਿਆਰਥੀ SC ST ਜਾਂ OBC ਵਰਗ ਦੇ ਨਾਲ ਰਿਲੇਟਡ ਨੇ, ਕਿ ਤੁਹਾਡਾ ਕਾਲਜ ਉਹਨਾਂ ਨੂੰ ਕੋਈ ਕੰਸੈਸ਼ਨ ਦੇ ਰਿਹਾ? ਹਾਂਜੀ ਜੀ, ਸਾਡੇ ਕੋਲ ਜਿਹੜੇ ਵਿਦਿਆਰਥੀ ਤਾਂ SC BC ਜਾਂ OBC ਜਾਂ ST ਵਿਦਿਆਰਥੀ ਆਉਂਦੇ ਹੈਗੇ ਨੇ, ਉਹਨਾਂ ਲਈ ਤਾਂ ਗਵਰਨਮੈਂਟ ਵੱਲੋਂ ਵੀ ਕਈ ਸਕੀਮਸ ਹੈਗੀਆਂ ਨੇ, ਜਿਹੜੀਆਂ ਉਹ ਸਕੀਮਸ ਤਾਂ ਹੀ ਅਵੇਲ ਕਰ ਸਕਦੇ ਨੇ ਜੋ ਇੰਸਟੀਟਿਊਸ਼ਨ ਦਾ ਪਾਰਟ ਨੇ, ਅਦਰਵਾਈਜ਼ ਨਹੀਂ ਕਰ ਸਕਦੇ। ਇੰਸਟੀਟਿਊਸ਼ਨ ਦਾ ਪਾਰਟ ਹੁੰਦੇ ਹੋਏ ਜਦੋਂ ਉਹ ਫਾਰਮਸ ਭਰਦੇ ਹੈਗੇ ਨੇ ਤਾਂ ਉਹ ਉਹਨਾਂ ਨੂੰ ਫੈਸਿਲਿਟੀਜ਼ ਜਿਹੜੀਆਂ ਹੈਗੀਆਂ ਗਵਰਨਮੈਂਟ ਵੱਲੋਂ ਮਿਲਦੀਆਂ ਹੈਗੀਆਂ ਨੇ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਬੱਚੇ ਆਉਂਦੇ ਹੈਗੇ, ਉਹਨਾਂ ਨੂੰ ਕਾਲਜ ਵੱਲੋਂ ਬਹੁਤ ਸਾਰੇ ਸਕਾਲਰਸ਼ਿਪਸ ਦਿੱਤੇ ਜਾਂਦੇ ਨੇ। ਜਿਵੇਂ ਕਿ ਤੁਸੀਂ ਪੁੱਛਿਆ ਕਿ ਜਿਹੜੇ ਬੱਚੇ +2 ਪਾਸ ਕਰਨ ਤੋਂ ਬਾਅਦ ਜਿਹੜੀਆਂ ਸਕਾਲਰਸ਼ਿਪਸ ਲੈਂਦੇ ਹੈਗੇ ਨੇ, ਉਹਦੇ ਵਿੱਚ ਅਸੀਂ ਲਾਸਟ ਬਹੁਤ ਸਾਰੇ ਸਾਲਾਂ ਤੋਂ ਇਹ ਸਕਾਲਰਸ਼ਿਪ ਸਪੈਸ਼ਲ ਤੌਰ ਦੇ ਉੱਤੇ ਰੱਖਿਆ ਹੋਇਆ ਹੈਗਾ। ਇਸ ਸਾਲ ਅਸੀਂ ਜਿਹੜੇ 95% ਤੋਂ ਅਬਵ ਬੱਚੇ ਸਾਡੇ ਕੋਲ ਨੰਬਰ ਲੈਣਗੇ, ਉਹਨਾਂ ਨੂੰ ਅਸੀਂ 3000 ਰੁਪਏ ਸਕਾਲਰਸ਼ਿਪ ਦੇ ਤੌਰ ਦੇ ਉੱਤੇ ਦੇਵਾਂਗੇ, ਤੇ ਜਿਹੜੇ 90 to 95% ਦੇ ਵਿੱਚ ਹੋਣਗੇ, ਉਹਨਾਂ ਦਾ 2000 ਰੁਪਏ ਸਕਾਲਰਸ਼ਿਪ ਦੇਵਾਂਗੇ। ਉਹ ਭਾਵੇਂ ਕਿਸੇ ਵੀ ਮਤਲਬ ਕੈਟਾਗਰੀ ਦਾ ਹੋਵੇ, ਇਹ ਨਹੀਂ ਹੈਗਾ ਕਿ ਉਹ ਕੋਈ ਇਕਨੋਮਿਕਲੀ ਵੀਕਰ ਸੈਕਸ਼ਨ ਹੀ ਹੋਵੇ। ਇਸ ਤੋਂ ਇਲਾਵਾ ਜਿਹੜੇ 85 to 95% ਦੇ ਵਿੱਚ ਹੋਣਗੇ, ਉਹਨਾਂ ਦੇ 90% ਦੇ ਵਿੱਚ ਹੋਣਗੇ, ਉਹਨਾਂ ਨੂੰ ਅਸੀਂ 1000 ਸਕਾਲਰਸ਼ਿਪ ਜਿਹੜਾ ਹੈਗਾ ਦੇਵਾਂਗੇ। ਇਸ ਤੋਂ ਇਲਾਵਾ ਇਹ ਨਹੀਂ, ਸਾਡੇ ਕੋਲ ਸਕਾਲਰਸ਼ਿਪਸ ਹੈਗੇ ਨੇ ਜਿਹੜੇ ਕਾਲਜ ਦੇ ਵੱਲੋਂ ਮਤਲਬ ਸਪੈਸ਼ਲ ਤੌਰ ਦੇ ਉੱਤੇ ਦਿੱਤੇ ਜਾਂਦੇ ਹੈਗੇ ਨੇ, ਉਹ ਮੈਂ ਤੁਹਾਨੂੰ ਦੱਸ ਸਕਦੀ ਹੈਗੀ ਹਾਂ। ਜਿਵੇਂ ਕਿ ਸਾਡੇ ਕੋਲ ਪਾਂਗਲੀ ਫੈਮਿਲੀਜ਼ ਵੱਲੋਂ ਸਕਾਲਰਸ਼ਿਪ ਹੈਗੇ ਨੇ, ਤੇ ਇਸ ਤੋਂ ਇਲਾਵਾ ਮਿਸਟਰ ਜਸਵੰਤ ਕੌਰ ਪਾਂਗਲੀ ਮੈਮੋਰੀਅਲ ਸਕਾਲਰਸ਼ਿਪ ਜਿਹੜਾ ਚੱਲਦਾ ਹੈਗਾ। ਇਹਦੇ ਵਿੱਚ ਜਿਹੜੇ ਸਾਡੇ ਕੋਲ ਮਿਸਿਸ ਗੁਰਨਾਮ ਕੌਰ ਮੰਗਟ ਮੈਮੋਰੀਅਲ ਸਕਾਲਰਸ਼ਿਪ ਹੈਗਾ ਆ, ਮਿਸਿਸ ਗੁਰਦੇਵ ਕੌਰ ਮੰਗਟ ਮੈਮੋਰੀਅਲ ਸਕਾਲਰਸ਼ਿਪ ਹੈ, ਸਰਦਾਰ ਜਗਜੀਤ ਸਿੰਘ ਮੰਗਟ ਮੈਮੋਰੀਅਲ ਸਕਾਲਰਸ਼ਿਪ ਹੈ, ਮਿਸਿਸ ਜਗਵੀਰ ਕੌਰ ਗਰੇਵਾਲ ਮੈਮੋਰੀਅਲ ਸਕਾਲਰਸ਼ਿਪ ਹੈ। ਤੇ ਇਸ ਤੋਂ ਇਲਾਵਾ ਸਕਾਲਰਸ਼ਿਪ ਬਾਏ ਦ ਕਾਲਜ ਡਿਵੈਲਪਮੈਂਟ ਕੌਂਸਲ ਪੰਜਾਬ ਯੂਨੀਵਰਸਿਟੀ ਵੱਲੋਂ ਹੈਗਾ, ਜਿਹਦੇ ਵਿੱਚ ਮੀਨਸ ਕਮ ਮੈਰਿਟ, ਫਿਜ਼ੀਕਲੀ ਡਿਸੇਬਲਡ ਜਾਂ ਸਿੰਗਲ ਗਰਲ ਚਾਈਲਡ ਜਾਂ ਕੋਈ ਕੈਂਸਰ ਪੇਸ਼ੈਂਟ ਹੈ ਜਾਂ ਕੋਈ ਸਪੋਰਟਸ ਦਾ ਬੱਚਾ ਹੈਗਾ, ਉਹਨਾਂ ਨੂੰ ਇਸ ਤਰ੍ਹਾਂ ਦੇ ਸਕਾਲਰਸ਼ਿਪ ਜਿਹੜੇ ਹੈਗੇ ਨੇ ਦਿੱਤੇ ਜਾਂਦੇ ਨੇ। ਇਹਨਾਂ ਦੇ ਵਿੱਚ ਸਪੈਸ਼ਲ ਇਹ ਮਤਲਬ ਕਿ ਕੋਈ ਸਕਾਲਰਸ਼ਿਪ ਹੈਗਾ ਕਿ ਕਿਸੇ ਨੂੰ ਮਤਲਬ ਪਰ ਮੰਥ ਮਤਲਬ ਅਸੀਂ 500 ਰੁਪਈਆ, 1000 ਰੁਪਈਆ, ਮਤਲਬ ਡਿਫਰੈਂਟ ਲੈਵਲਸ ਦੇ ਜਿਹੜੇ ਸਕਾਲਰਸ਼ਿਪਸ ਹੈਗੇ ਨੇ ਉਹ ਬੱਚਿਆਂ ਨੂੰ ਦਿੱਤੇ ਜਾਂਦੇ ਨੇ। ਅਸੀਂ ਲਾਸਟ ਈਅਰ ਵੀ ਤੇ ਇਸ ਸਾਲ ਵੀ ਲਗਭਗ ਇਹ ਸਕਾਲਰਸ਼ਿਪ ਸਕੀਮਸ ਦੇ ਵਿੱਚੋਂ 2 ਲੱਖ ਤੋਂ ਉੱਪਰ ਬੱਚਿਆਂ ਨੂੰ ਅਸੀਂ ਇਹ ਸਕਾਲਰਸ਼ਿਪ ਵੰਡੇ ਹੈਗੇ ਨੇ। ਇਸ ਤੋਂ ਇਲਾਵਾ ਜੇ ਕੋਈ ਸੰਸਥਾ ਮਤਲਬ ਕਿਸੇ ਇਕਨੋਮਿਕਲ ਵੀਕਰ ਸੈਕਸ਼ਨਸ ਨੂੰ ਕੋਈ ਆਪਣਾ ਸਕਾਲਰਸ਼ਿਪ ਦੇਣਾ ਚਾਹੁੰਦੀ ਹੈਗੀ ਆ, ਤਾਂ ਅਸੀਂ ਉਹਨਾਂ ਨੂੰ ਵੀ ਜ਼ਰੂਰ ਪ੍ਰਮੋਟ ਕਰਨਾ ਚਾਹੁੰਦੇ ਹੈਗੇ ਆ। ਤੇ ਸੋ ਇਸ ਤਰ੍ਹਾਂ ਦੇ ਸਕਾਲਰਸ਼ਿਪਸ ਜਿਹੜੇ ਹੈਗੇ ਨੇ ਮੈਰਿਟ ਲੈਣ ਵਾਲੇ ਬੱਚਿਆਂ ਤੋਂ ਇਲਾਵਾ ਇਕਨੋਮਿਕਲੀ ਵੀਕਰ ਸੈਕਸ਼ਨ ਵਾਲੇ ਬੱਚਿਆਂ ਨੂੰ ਵੀ ਅਸੀਂ ਪ੍ਰਦਾਨ ਕਰਦੇ ਹੈਗੇ ਆ। ਇਸ ਤੋਂ ਇਲਾਵਾ ਜਿਹੜੇ ਸਪੋਰਟਸ ਦੇ ਵਿੱਚ ਬੱਚੇ ਸਾਡੇ ਕੋਲ ਆਉਂਦੇ ਹੈਗੇ ਨੇ, ਜਦੋਂ ਬੱਚੇ ਸਾਡੇ ਕੋਲ ਆਉਂਦੇ ਹੋਏ ਪਰਫਾਰਮ ਕਰਦੇ ਨੇ, ਪਰਫਾਰਮ ਕਰਕੇ ਜਦੋਂ ਪੋਜੀਸ਼ਨਸ ਲੈਂਦੇ ਨੇ, ਤਾਂ ਅਸੀਂ ਉਹਨਾਂ ਦੀਆਂ ਸਪੈਸ਼ਲ ਕੈਟਾਗਰੀਜ਼ ਬਣਾਈਆਂ ਹੋਈਆਂ ਨੇ ਕਿ ਜੇਕਰ ਬੱਚਾ ਮਤਲਬ ਆਪਣੇ ਲੈਵਲ ਦੇ ਉੱਤੇ ਇੱਥੇ ਕਾਲਜ ਦੇ ਵਿੱਚ ਖੇਡਦਾ ਹੋਇਆ ਮੈਡਲ ਪ੍ਰਾਪਤ ਕਰਦਾ ਹੈਗਾ, ਤਾਂ ਅਸੀਂ ਉਹਨੂੰ ਨੈਕਸਟ ਉਹਦੀ ਜਿਹੜੀ ਐਡਮਿਸ਼ਨ ਹੈਗੀ ਆ ਉਹਦੇ ਵਿੱਚ ਕਿਸੇ ਨੂੰ 70%, ਕਿਸੇ ਨੂੰ 60, ਕਿਸੇ ਨੂੰ 40 ਐਜ਼ ਪਰ ਦੇਅਰ ਅਚੀਵਮੈਂਟਸ। ਇਸ ਤੋਂ ਇਲਾਵਾ ਸੇਮ ਇੱਦਾਂ ਹੀ ਕਲਚਰ ਦੇ ਵਿੱਚ ਹੈਗਾ। ਸਾਡੇ ਕਲਚਰ ਦੇ ਵਿੱਚ ਬਹੁਤ ਸਾਰੇ ਬੱਚੇ ਹੈਗੇ ਜਿਹੜੀਆਂ ਹੁਣ ਤੱਕ ਬਹੁਤ ਸਾਰੀਆਂ ਮੱਲਾਂ ਮਾਰ ਚੁੱਕੇ ਹੈਗੇ ਨੇ, ਔਰ ਇਸੇ ਕਰਕੇ ਸਾਡੇ ਕਾਲਜ ਦੇ ਵਿੱਚ ਅਸੀਂ ਬਹੁਤ ਵਾਰੀ
ਯੂਥ ਫੈਸਟੀਵਲਸ ਵੀ ਕਰਵਾ ਚੁੱਕੇ ਹਾਂ। ਲਗਭਗ 14 ਵਾਰੀ ਤਾਂ ਅਸੀਂ ਕਹਿ ਲਓ ਕਿ ਜ਼ੋਨਲ ਫੈਸਟੀਵਲ ਤੇ 4-5 ਵਾਰੀ ਅਸੀਂ ਇੰਟਰ ਜ਼ੋਨਲ ਫੈਸਟੀਵਲ ਜਿਹੜਾ ਕਾਲਜ ਦੇ ਵਿੱਚ ਕੰਡਕਟ ਕਰਾ ਚੁੱਕੇ ਹਾਂ। ਹਾਂਜੀ, ਇਹ ਜਿਹੜੀਆਂ ਗਤੀਵਿਧੀਆਂ ਨੇ ਆਪਾਂ ਜਾਣਦੇ ਹਾਂ ਕਿ ਆਲ ਰਾਊਂਡ ਡਿਵੈਲਪਮੈਂਟ ਆਫ ਦਾ ਚਾਈਲਡ, ਇਹਦੇ ਲਈ ਗਤੀਵਿਧੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ। ਤੇ ਜੇ ਹੁਣ ਆਪਾਂ ਗੱਲ ਕਰੀਏ ਕਿ ਅਖੀਰ ਦੇ ਵਿੱਚ ਜਿਹੜੇ ਮਾਪੇ ਨੇ ਨਾ ਜਾਂ ਵਿਦਿਆਰਥੀ ਨੇ ਜਾਂ ਸਮਾਜ ਦੇ ਵਿੱਚ ਇਹ ਕਰੀਏ ਤਾਂ ਕਿ ਉਹ ਉਹਨਾਂ ਦੇ ਮਾਰਕਸ ਦੇਖਦੇ ਨੇ, ਸਾਡੇ ਮਤਲਬ ਵੀ ਕਿੰਨੇ ਬੱਚੇ ਨੇ ਪਰਸੈਂਟੇਜ ਲੈ। ਐਜੂਕੇਸ਼ਨ ਦੇ ਵਿੱਚ ਤੁਹਾਡੇ ਕਾਲਜ ਦੀਆਂ ਕੀ ਮੱਲਾਂ ਨੇ ਵੀ ਬੱਚੇ ਨੇ ਜਿਹੜੇ ਕਲਾਸਾਂ ਦੇ ਵਿੱਚੋਂ ਯੂਨੀਵਰਸਿਟੀਆਂ ਦੇ ਵਿੱਚੋਂ ਇਹ ਕਿੱਦਾਂ ਦੀਆਂ ਪੋਜੀਸ਼ਨਾਂ ਲੈ ਕੇ ਇਹ ਪਹਿਲੇ ਜਾਂ ਦੂਜੇ ਤੀਜੇ ਨੰਬਰ ਦੇ ਉੱਤੇ ਰਹਿੰਦੇ ਨੇ? ਸਾਡੇ ਕਾਲਜ ਦੇ ਵਿੱਚ ਹਰ ਸਾਲ ਹੀ ਵਿਦਿਆਰਥੀ ਜਾਂ ਵਿਦਿਆਰਥਣਾਂ ਦੀਆਂ ਯੂਨੀਵਰਸਿਟੀਜ਼ ਦੇ ਵਿੱਚੋਂ ਪੋਜੀਸ਼ਨ ਆਉਂਦੀਆਂ ਨੇ। ਲਾਸਟ ਈਅਰ ਦੀ ਹੋਈ ਸਾਡੀ ਪੋਲੀਟੀਕਲ ਸਾਇੰਸ ਦੇ ਵਿੱਚ ਜਸਪ੍ਰੀਤ ਕੌਰ, ਉਹਨੇ ਯੂਨੀਵਰਸਿਟੀ ਦੇ ਵਿੱਚੋਂ ਫਸਟ ਪੋਜੀਸ਼ਨ। ਇਸ ਤੋਂ ਇਲਾਵਾ ਪਵਨਦੀਪ ਕੌਰ ਪੰਜਾਬੀ ਦੇ ਵਿੱਚ ਆਈ ਆ, ਉਹਨੇ 7th ਰੈਂਕ ਲਿਆ ਹੈਗਾ। ਬੀਕਾਮ ਦੇ ਵਿੱਚ ਇੱਕ ਵਿਦਿਆਰਥਣ ਹੈਗੀ ਆ, ਉਸਨੇ 7th ਰੈਂਕ ਲਿਆ ਹੈਗਾ। ਸੋ ਇਸ ਤਰ੍ਹਾਂ ਮਤਲਬ ਪਿਛਲੇ ਸਾਲਾਂ ਦੇ ਵਿੱਚ ਵੀ ਹਮੇਸ਼ਾ ਹੀ ਹਰ ਸਾਲ ਸਾਡੇ ਕੋਲ ਵਿਦਿਆਰਥਣਾਂ ਜਿਹੜੀਆਂ ਹੈਗੀਆਂ ਨੇ ਜਾਂ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚ ਪੋਜੀਸ਼ਨਸ ਕਿਸੇ ਨਾ ਕਿਸੇ ਰੈਂਕ ਦੇ ਵਿੱਚ ਆਉਂਦੇ ਹੈਗੇ ਨੇ ਤੇ ਉਹਨਾਂ ਵਿਦਿਆਰਥੀਆਂ ਨੂੰ ਅਸੀਂ ਕਹਿ ਲਓ ਕਿ ਸਨਮਾਨਿਤ ਵੀ ਕਰਦੇ ਹਾਂ ਜਦੋਂ ਸਾਡੇ ਇੱਥੇ ਕਨਵੋਕੇਸ਼ਨ ਤੇ ਐਨੂਅਲ ਪ੍ਰੈਸ ਰਜਿਸਟ੍ਰੇਸ਼ਨ ਫੰਕਸ਼ਨ ਹੁੰਦਾ। ਇਸੇ ਤਰੀਕੇ ਦੇ ਨਾਲ ਸਾਡੇ ਕੋਲ ਹਰ ਸਾਲ ਅਸੀਂ ਇੱਕ ਬੈਸਟ ਸਟੂਡੈਂਟ ਅਵਾਰਡ ਵੀ ਦਿੰਦੇ ਹਾਂ, ਜਿਹੜੇ ਵਿਦਿਆਰਥੀ ਜਾਂ ਵਿਦਿਆਰਥਣ ਲਗਭਗ ਐਜੂਕੇਸ਼ਨ ਦੇ ਵਿੱਚ ਵੀ ਅਬਵ 70% ਮਾਰਕਸ ਹੋਣ ਤੇ ਸਪੋਰਟਸ ਐਕਟੀਵਿਟੀਜ਼ ਦੇ ਵਿੱਚ ਵੀ ਹੋਵੇ, ਕਲਚਰ ਐਕਟੀਵਿਟੀਜ਼ ਦੇ ਵਿੱਚ ਵੀ ਹੋਵੇ, ਕਿਉਂਕਿ ਸਾਡੇ ਕਾਲਜ ਦੇ ਵਿੱਚ ਇਕੱਲਾ ਐਜੂਕੇਸ਼ਨ ਨਹੀਂ, NCC, NSS, ਸਪੋਰਟਸ, ਯੂਥ ਫੈਸਟੀਵਲਸ, ਇਸ ਤੋਂ ਇਲਾਵਾ ਯੂਥ ਕਲੱਬ, ਰੈੱਡ ਰਿਬਨ ਕਲੱਬ, ਪਲੇਸਮੈਂਟ ਸੈੱਲ, ਕੈਰੀਅਰ ਗਾਈਡੈਂਸ ਸੈੱਲ, ਬਹੁਤ ਸਾਰੇ ਮਤਲਬ ਡਿਫਰੈਂਟ ਤਰ੍ਹਾਂ ਦੇ ਅਸੀਂ ਸੈੱਲਸ ਬਣਾਏ ਹੋਏ ਨੇ ਜਿਹੜੇ ਕਿ ਬੱਚਿਆਂ ਨੂੰ ਕੈਟਰ ਕਰਨ ਵਾਸਤੇ, ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਲਿਆਉਣ ਦੇ ਵਾਸਤੇ। ਕਿਉਂਕਿ ਜਿਵੇਂ ਕਿ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਜੇ ਸਮਾਜ ਦੇ ਵਿੱਚ ਇਹ ਮੰਨਿਆ ਜਾਂਦਾ ਹੈਗਾ ਕਿ ਜਿਹੜੇ ਬੱਚੇ ਵੱਧ ਪਰਸੈਂਟੇਜ ਲੈਂਦੇ ਹੈਗੇ ਉਹਨਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ, ਇਹ ਗੱਲ ਨਹੀਂ ਹੈਗੀ। ਅੱਜ ਦਾ ਜ਼ਮਾਨਾ ਕੀ ਮੰਗਦਾ ਹੈਗਾ ਕਿ ਬੱਚਾ ਸਮਾਰਟ ਔਰ ਐਕਟਿਵ ਹੋਣਾ ਚਾਹੀਦਾ, ਤੇ ਬੱਚਾ ਸਮਾਰਟ ਤੇ ਐਕਟਿਵ ਤਾਂ ਹੁੰਦਾ ਜੇਕਰ ਉਹ ਐਕਸਟਰਾ ਐਕਟੀਵਿਟੀਜ਼ ਦੇ ਵਿੱਚ ਵੀ ਨਾਲ ਭਾਗ ਲੈਂਦਾ। ਜਿਵੇਂ ਕਿ ਅਸੀਂ ਕਹਿੰਦੇ ਆ ਕਿ ਜੇ ਨੰਬਰ ਲਏ ਨੇ ਤੇ ਨਾਲ ਐਕਸਟਰਾ ਐਕਟੀਵਿਟੀਜ਼ ਦੇ ਵਿੱਚ ਵੀ ਜੇ ਪੋਜੀਸ਼ਨਸ ਲਈਆਂ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ। ਔਰ ਸਾਡੇ ਕਾਲਜ ਦੀ ਖਾਸੀਅਤ ਇਹ ਹੈਗੀ ਆ ਕਿ ਅਸੀਂ ਸਪੋਰਟਸ ਦੇ ਵਿੱਚ ਵੀ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਨੇ ਉਹਨਾਂ ਦੇ ਉਹ ਕਹਿ ਲਓ ਕਿ ਜਿਵੇਂ ਅਸੀਂ ਰॉ ਦੇ ਵਿੱਚੋਂ ਬੱਚੇ ਤਿਆਰ ਕਰਦੇ ਹਾਂ, ਅਸੀਂ ਕਦੀ ਬੱਚਿਆਂ ਨੂੰ ਇਦਾਂ ਨਹੀਂ ਲਿਆਉਂਦੇ ਕਿ ਆਲਰੇਡੀ ਇਹ ਪਹਿਲਾਂ ਹੀ ਨੈਸ਼ਨਲ ਖੇਡੇ ਹੋਣ, ਪਹਿਲਾਂ ਹੀ ਬੱਚਾ ਮਿਲ ਗਿਆ ਤੇ ਬੱਚਾ ਕੋਈ ਨਹੀਂ, ਜੇ ਨਹੀਂ ਆਉਂਦਾ ਤਾਂ ਨਹੀਂ ਸਹੀ, ਸਿਰਫ ਖੇਡਣ ਵਾਸਤੇ ਆਵੇ। ਅਸੀਂ ਬੱਚੇ ਨੂੰ ਕਲਾਸਾਂ ਦੇ ਵਿੱਚੋਂ ਲਿਆ ਕੇ ਕੱਢ ਕੇ ਗਰਾਊਂਡ ਦੇ ਵਿੱਚ ਲਿਆਉਂਦੇ ਹਾਂ। ਜਿਵੇਂ ਲਾਸਟ ਈਅਰ ਵੀ ਸਾਡੀ ਜਿਹੜੀ ਫੁੱਟਬਾਲ ਦੀ ਟੀਮ ਜਿਹੜੀ ਹੈਗੀ ਉਹਨੇ ਇੰਟਰ ਕਾਲਜ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਤੇ ਉਹਦੇ ਵਿੱਚ ਸਾਰੇ ਹੀ ਬੱਚੇ ਸਾਡੇ ਕੋਲ ਉਹ ਬੱਚੇ ਸੀ ਜਿਵੇਂ BCom ਦੇ ਵਿੱਚੋਂ, BA ਦੇ ਵਿੱਚੋਂ, BBA ਦੇ ਵਿੱਚੋਂ, ਉਹਨਾਂ ਦੇ ਵਿੱਚੋਂ ਬੱਚੇ ਲਿਆ ਕੇ ਅਸੀਂ ਗਰਾਊਂਡ ਦੇ ਵਿੱਚ ਉਹਨਾਂ ਨੂੰ ਸਵੇਰੇ ਸ਼ਾਮ ਪ੍ਰੈਕਟਿਸ ਕਰਾਉਂਦੇ ਸੀ, ਜਿਹਦਾ ਸਾਨੂੰ ਸਿਹਰਾ ਵੀ ਮਿਲਿਆ। ਇਸ ਤੋਂ ਇਲਾਵਾ ਇੱਦਾਂ ਹੀ ਸਾਡੇ ਕੋਲ ਯੋਗਾ ਦੀ ਟੀਮ ਗਰਲਸ ਦੀ ਹੈਗੀ ਆ, ਉਹ ਲਗਾਤਾਰ 2-3 ਸਾਲਾਂ ਤੋਂ ਇੰਟਰ ਕਾਲਜ ਦੇ ਵਿੱਚ ਮੱਲਾ ਮਾਰ ਰਹੀ ਆ। ਇਸ ਤੋਂ ਇਲਾਵਾ ਸਾਡੇ ਕੋਲ ਮਤਲਬ ਜੇ ਮੈਂ ਸਪੈਸ਼ਲ ਦੱਸਾਂ ਕਿ ਸਾਡੇ ਕੋਲ ਇੱਕ ਬੱਚਾ ਇਹੋ ਜਿਹਾ ਹੁਣ ਵੀ ਸਾਡੇ ਕੋਲ ਸਟੂਡੈਂਟ ਹੈਗਾ ਜਿਹੜਾ ਕਿ ਇਕਨੋਮਿਕਲੀ ਬਹੁਤ ਹੀ ਵੀਕ ਹੈ, ਜਿਹਦੀ ਕਾਲਜ ਪੂਰੀ ਦੀ ਪੂਰੀ ਫੀਸ ਭਰਦਾ ਔਰ ਉਹ ਲਗਾਤਾਰ ਮਤਲਬ ਵੇਟ ਲਿਫਟਿੰਗ ਦੇ ਵਿੱਚ ਇੰਟਰ ਕਾਲਜ ਦੇ ਲੈਵਲ ਦੇ ਉੱਤੇ ਖੇਡਾਂ ਪੰਜਾਬ ਦੀਆਂ ਵਤਨ ਦੇ ਵਿੱਚ ਵੀ ਉਹਨੇ 골ਡ ਮੈਡਲ ਹਾਸਲ ਕੀਤਾ ਤੇ ਸਰਕਾਰ ਨੇ ਉਹਨੂੰ ਮਤਲਬ ਜਿਹੜੇ 골ਡ ਮੈਡਲ ਲੈਣ ਵਾਲੇ ਸੀ 8000 ਰੁਪਏ ਸਕਾਲਰਸ਼ਿਪ ਵੀ ਅਨਾਉਂਸ ਕੀਤਾ, ਪਰ ਕਿਸੇ ਕਾਰਨਾਂ ਕਰਕੇ ਸ਼ਾਇਦ ਅਜੇ ਤੱਕ ਉਹਨੂੰ ਸਕਾਲਰਸ਼ਿਪ ਮਿਲ ਨਹੀਂ ਸਕਿਆ ਹੈਗਾ। ਤੇ ਉਸ ਤਰ੍ਹਾਂ ਦੇ ਵਿਦਿਆਰਥੀ ਨੂੰ ਅਸੀਂ ਕਈ ਬੱਚੇ ਇਹੋ ਜਿਹੇ ਵੀ ਜਿਹੜੇ ਸਾਡੇ ਕੋਲ ਇੰਨੇ ਇਕਨੋਮਿਕਲੀ ਵੀਕਰ ਆਉਂਦੇ ਹੈਗੇ, ਅਸੀਂ ਉਹਨਾਂ ਨੂੰ ਅਰਨ ਵਾਈਲ ਲਰਨ ਦੀ ਫੈਸਿਲਿਟੀ ਵੀ ਦਿੰਦੇ ਹਾਂ। ਉਹ ਬੱਚਾ ਸਾਡੇ ਕੋਲ ਅੱਜ ਕੱਲ੍ਹ ਸਾਡੇ ਜਿਮ ਦੇ ਵਿੱਚ 2 ਘੰਟੇ ਬੱਚਿਆਂ ਨੂੰ ਟ੍ਰੇਨ ਕਰਨ ਵਾਸਤੇ ਵੀ ਲਾਉਂਦਾ, ਜਿਹਦੀ ਬਦੌਲਤ ਅਸੀਂ ਕਾਲਜ ਵੱਲੋਂ ਉਹਨੂੰ ਕੁਝ ਇਨਕਮ ਵੀ ਦਿੰਦੇ ਹੈਗੇ ਆ ਤਾਂ ਕਿ ਉਹ ਫੀਸ ਭਰ ਸਕੇ। ਦੈਟ ਮੀਨ ਵੀ ਐਜੂਕੇਸ਼ਨ ਫੀਲਡ ਦੀ ਗੱਲ ਕਰੀਏ ਉਹਦੇ ਵਿੱਚ ਵੀ ਕਾਲਜ ਵੱਡੀਆਂ ਮੱਲਾਂ ਮਾਰ ਰਿਹਾ। ਹਾਂਜੀ, ਖੇਡਾਂ ਦੀ ਗੱਲ ਕਰੀਏ ਉਹਦੇ ਵਿੱਚ ਵੀ, ਤੇ ਸੱਭਿਆਚਾਰਕ ਪ੍ਰੋਗਰਾਮ ਦੀ ਗੱਲ ਕਰੀਏ ਉਹਦੇ ਵਿੱਚ ਵੀ ਤੁਹਾਡਾ ਕਾਲਜ ਬੜੀਆਂ ਮੱਲਾਂ ਮਾਰ ਰਿਹਾ। ਬੜਾ ਮਾਣ ਆ ਲੋਕਾਂ ਨੂੰ, ਹੈ ਨਾ ਜੀ। ਜੇ ਗੱਲ ਕਰੀਏ ਮੈਡਮ ਕਿ ਵੀ ਸਾਡਾ ਜਿਹੜਾ ਵਾਤਾਵਰਨ ਆ ਬੜਾ ਪੋਲਿਊਟ ਹੁੰਦਾ ਜਾ ਰਿਹਾ, ਤੇ ਜਿਸ ਤਰ੍ਹਾਂ ਪਰਾਲੀ ਆ ਉਹਨੂੰ ਅੱਗ ਲਾਈ ਜਾਂਦੀ ਆ, ਹੈ ਨਾ ਜੀ। ਤੇ ਇਸ ਤਰ੍ਹਾਂ ਦੀਆਂ ਕੋਈ ਐਕਟੀਵਿਟੀਜ਼ ਹੈਗੀਆਂ ਨੇ ਜਿਹੜੀਆਂ ਕਿ ਤੁਹਾਡੇ ਕਾਲਜ ਦਾ ਕੋਈ ਸੈੱਲ ਹੋਵੇ ਜਾਂ ਤੁਹਾਡੇ ਸਟੂਡੈਂਟ ਨੇ ਜੋ ਫੀਲਡ ਦੇ ਵਿੱਚ ਜਾ ਕੇ ਇਹ ਚੀਜ਼ ਨੂੰ ਅਵੇਅਰ ਕਰਨ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਿਆ ਜਾਵੇ, ਚੰਗੀ ਤਰ੍ਹਾਂ ਇੱਥੇ ਬੂਟੇ ਲਾਏ ਜਾਣ ਤੇ ਜਾਂ ਪਾਣੀ ਦੀ ਸੰਭਾਲ ਕੀਤੀ ਜਾਵੇ? ਹਾਂਜੀ,
ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਜ਼ਰੂਰ ਦੱਸਣਾ ਚਾਹਾਂਗੀ ਕਿ ਕਲਚਰਲ ਐਕਟੀਵਿਟੀਜ਼ ਦੇ ਵਿੱਚ ਅਸੀਂ ਯੂਨੀਵਰਸਿਟੀ ਟਰੋਫੀ ਵੀ ਹਾਸਲ ਕਰ ਚੁੱਕੇ ਹੈਗੇ ਆ 2 ਵਾਰੀ। ਸੋ ਉਹ ਮਤਲਬ ਸਾਡੇ ਸਟਾਫ ਨੂੰ ਸਿਹਰਾ ਜਾਂਦਾ, ਸਾਡੇ ਬੱਚਿਆਂ ਨੂੰ ਸਿਹਰਾ ਜਾਂਦਾ ਤੇ ਸਾਡੀ ਮੈਨੇਜਮੈਂਟ ਨੂੰ ਸਿਹਰਾ ਜਾਂਦਾ, ਜਿਨ੍ਹਾਂ ਨੇ ਸਾਨੂੰ ਹਮੇਸ਼ਾ ਸਪੋਰਟ ਕੀਤਾ, ਸਾਨੂੰ ਹੱਲਾਸ਼ੇਰੀ ਦਿੱਤੀ ਹੈ, ਸਾਡੀ ਬੈਕ ਤੇ ਹਮੇਸ਼ਾ ਉਹ ਸਾਡੀ ਸਪੋਰਟ ਦੇ ਤੌਰ ਤੇ। ਕਿਉਂਕਿ ਮੈਡਮ ਕੋਈ ਵੀ ਇੱਕ ਬੰਦਾ ਇਕੱਲਾ ਕਹਿਰਾ ਬੰਦਾ ਵੱਡਾ ਨਹੀਂ ਬਣ ਸਕਦਾ। ਮੈਨੇਜਮੈਂਟ ਹੋ ਗਈ, ਤੁਹਾਡੇ ਟੀਚਰ ਸਾਹਿਬਾਨ ਹੋ ਗਏ, ਤੁਹਾਡੇ ਸਾਰੇ ਜਿੰਨਾ ਵੀ ਹੈਗਾ ਉਹਨੂੰ ਤੁਸੀਂ ਸਾਰਿਆਂ ਨੂੰ ਮਿਲਾਉਂਦੇ ਹੋ ਇੱਕ ਫੀਲਡ ਦੇ ਪਲੇਟਫਾਰਮ ਦੇ ਉੱਤੇ, ਮਿਹਨਤ ਕਰਦੇ ਹੋ ਤਾਂ ਉਹਦਾ ਸਿਰਾ ਤੁਹਾਡੀ ਮੈਨੇਜਮੈਂਟ ਕਮੇਟੀ ਨੂੰ, ਤੁਹਾਨੂੰ ਖੁਦ ਨੂੰ ਵੀ ਜਾਂਦਾ ਹੈ ਨਾ ਜੀ, ਇਹ ਕਹਿਣਾ ਚਾਹੁੰਦੇ ਹੋ। ਹਾਂਜੀ ਹਾਂਜੀ। ਤੇ ਵਾਤਾਵਰਣ ਦੀ ਗੱਲ ਕਰ ਹਾਂਜੀ ਹਾਂਜੀ, ਮੈਂ ਵਾਤਾਵਰਣ ਦੀ ਗੱਲ ਬਾਰੇ ਜੇਕਰ ਤੁਹਾਨੂੰ ਦੱਸਾਂ ਤੇ ਸਾਡੇ ਕਾਲਜ ਦੇ ਵਿੱਚ ਸਾਡਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡਾ ਸਟਾਫ ਬਹੁਤ ਮਿਹਨਤੀ ਤੇ ਸਿਰੜੀ ਆ। ਜੇਕਰ ਉਹਨਾਂ ਨੂੰ ਇੱਕ ਵਾਰ ਜੇ ਕੋਈ ਕੰਮ ਸੌਂਪ ਦਿਓ ਤੇ ਉਹਨੂੰ ਪੂਰਾ ਕੀਤੇ ਬਿਨਾਂ ਉਹ ਮਤਲਬ ਕਿਤੇ ਨਹੀਂ ਜਾਂਦੇ ਹੈਗੇ। ਸੋ ਜੇ ਵਾਤਾਵਰਣ ਦੀ ਗੱਲ ਕਰੀਏ ਤੇ ਸਾਡੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਡੇ ਸਾਰੇ ਤਰ੍ਹਾਂ ਦੇ ਸੈੱਲ ਬਣੇ ਹੋਏ ਨੇ। ਸਾਡੇ ਇੱਕ ਐਕਸਟੈਂਸ਼ਨ ਸੈੱਲ ਬਣਿਆ ਹੋਇਆ ਜਿਹੜਾ ਕਿ ਬਹੁਤ ਸਟਰੋਂਗ ਹੈ, ਉਹਨਾਂ ਨੂੰ ਰਨ ਕਰਦੇ ਨੇ ਡਾਕਟਰ ਲਵਲੀਨ ਬੈਂਸ, ਜਿਹੜੇ ਕਿ ਲਗਾਤਾਰ ਕਈ ਸਾਲਾਂ ਤੋਂ ਉਹ ਇਸ ਐਫਰਟ 'ਚ ਲੱਗੇ ਹੋਏ ਨੇ ਕਿ ਅਸੀਂ ਆਪਣੇ ਵਾਤਾਵਰਣ ਨੂੰ ਕਿਵੇਂ ਬਚਾਉਣਾ। ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪਰਾਲੀ ਨੂੰ ਲੋਕ ਅੱਗ ਲਾਉਂਦੇ ਹੈਗੇ ਨੇ, ਜਿਹਦੇ ਕਰਕੇ ਸਾਡਾ ਵਾਤਾਵਰਣ ਕਾਫੀ ਜ਼ਿਆਦਾ ਪੋਲਿਊਟ ਤੇ ਕਹਿ ਲਓ ਕਿ ਗਰਮ ਹੁੰਦਾ ਜਾ ਰਿਹਾ ਹੈਗਾ, ਜਿਹਨੂੰ ਅਸੀਂ ਕਹਿੰਦੇ ਕਿ ਗਲੋਬਲਾਈਜੇਸ਼ਨ, ਵਾਰਮਿੰਗ ਜਿਹੜੀ ਹੈਗੀ ਆ, ਉਹਦੇ ਵਿੱਚ ਇਹ ਵੀ ਇੱਕ ਹੈਗਾ ਆ ਕਿ ਜਦੋਂ ਲੋਕ ਪਰਾਲੀ ਨੂੰ ਅੱਗ ਲਾਉਂਦੇ ਹੈਗੇ ਨੇ ਤਾਂ ਐਟਮੋਸਫੀਅਰ ਇੰਨਾ ਕੁ ਬੈਡ ਹੋ ਜਾਂਦਾ, ਜਿਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਸਾਹ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਆ, ਜਾਂ ਸਾਡੇ ਬਹੁਤ ਸਾਰੀਆਂ ਸਕਿਨ ਦੀਆਂ ਪ੍ਰੋਬਲਮਸ ਹੋਣੀਆਂ ਸ਼ੁਰੂ ਹੋ ਜਾਂਦੀਆਂ। ਉਸ ਦੇ ਲਈ ਸਾਡਾ ਐਕਸਟੈਂਸ਼ਨ ਸੈੱਲ ਜਿਹੜਾ ਕਿ ਡਾਕਟਰ ਲਵਲੀਨ ਬੈਂਸ ਦੀ ਸਰਪ੍ਰਸਤੀ ਦੇ ਅਧੀਨ ਚੱਲਦਾ ਹੈਗਾ ਆ, ਉਹਨਾਂ ਨੇ ਲਗਭਗ 50 ਤੋਂ 60 ਦੇ ਕਰੀਬ ਪਿੰਡ ਜਿਹੜੇ ਹੈਗੇ ਨੇ ਅਡੋਪਟ ਕੀਤੇ ਹੋਏ ਨੇ। ਔਰ ਅਸੀਂ ਜਿਹੜੀ PAU ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਜੁੜ ਕੇ ਐਗਰੀ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਕਿਸਾਨਾਂ ਨੂੰ ਅਸੀਂ ਦਿੰਦੇ ਹਾਂ ਤਾਂ ਕਿ ਉਹ ਅੱਗ ਨਾ ਲਾਉਣ, ਪਰਾਲੀ ਨੂੰ ਅੱਗ ਨਾ ਲਾਉਣ। ਉਹ ਸਾਰੇ ਦਾ ਸਾਰਾ ਕੰਮ ਜਿਹੜਾ ਹੈਗਾ ਡਾਕਟਰ ਲਵਲੀਨ ਬੈਂਸ ਦੀ ਸਰਪ੍ਰਸਤੀ ਦੇ ਅਧੀਨ ਹੁੰਦਾ ਹੈਗਾ। ਤੇ ਇਸ ਦੇ ਵਾਸਤੇ ਉਹ ਲਗਾਤਾਰ ਇਹਨਾਂ ਜਦੋਂ ਸੀਜ਼ਨ ਹੁੰਦਾ ਹੈਗਾ ਆ, ਬੱਚਿਆਂ ਨੂੰ ਨਾਲ ਲੈ ਕੇ, ਟੀਚਰਸ ਨੂੰ ਨਾਲ ਲੈ ਕੇ ਉੱਥੇ ਸੈਮੀਨਾਰਸ ਕਰਦੇ ਨੇ, ਕਿਸਾਨਾਂ ਨੂੰ ਅਵੇਅਰ ਕਰਦੇ ਨੇ, ਲੈਕਚਰਸ ਕਰਦੇ ਨੇ, ਖੇਤਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਡਿਸਕਸ਼ਨਸ ਕਰਦੇ ਹੈਗੇ ਨੇ। ਸ਼ਹਿਰ ਦੇ ਵਿੱਚ, ਪਿੰਡਾਂ ਦੇ ਵਿੱਚ ਰੈਲੀਆਂ ਕੱਢੀਆਂ ਜਾਂਦੀਆਂ ਹੈਗੀਆਂ ਨੇ। ਔਰ ਇਸ ਦੇ ਨਾਲ ਦੀ ਨਾਲ ਹੀ ਜਿਵੇਂ ਸਰਕਾਰ ਵੱਲੋਂ ਵੀ ਬਹੁਤ ਸਾਰੇ ਸਾਨੂੰ ਇਸ ਤਰ੍ਹਾਂ ਦੇ ਸੈਮੀਨਾਰਸ ਔਰ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਨ ਦੇ ਵਾਸਤੇ ਆਉਂਦੀਆਂ ਨੇ, ਜਿਹੜੀਆਂ ਕਿ ਐਕਸਟੈਂਸ਼ਨ ਸੈੱਲ ਦੇ ਅਧੀਨ ਹੀ ਹੁੰਦੀਆਂ ਨੇ। ਜਿਵੇਂ ਕਿ ਤੁਸੀਂ ਦੱਸਿਆ ਕਿ ਪਾਣੀ ਨੂੰ ਬਚਾਉਣ ਦੇ ਵਾਸਤੇ, ਉਹਦੇ ਵਾਸਤੇ ਵੀ ਬੂਟੇ ਵੀ ਲਗਾਏ ਜਾਂਦੇ ਹੈਗੇ ਨੇ। ਲਗਾਤਾਰ NCC ਸੈੱਲ ਜਿਹੜਾ ਹੈਗਾ ਆ ਜਾਂ NSS ਸਾਡਾ ਡਿਪਾਰਟਮੈਂਟ ਹੈਗਾ, ਉਹ ਬਹੁਤ ਜ਼ਿਆਦਾ ਇਸ ਦੇ ਉੱਤੇ ਕੰਮ ਕਰ ਰਿਹਾ ਹੈਗਾ। NSS ਦੇ ਸਾਡੇ ਕੋਲ 3 ਯੂਨਿਟਸ ਹੈਗੇ ਨੇ, ਜਿਨ੍ਹਾਂ ਨੂੰ ਡਾਕਟਰ ਲਵਲੀਨ ਬੈਂਸ, ਪ੍ਰੋਫੈਸਰ ਅਮਨਦੀਪ ਕੌਰ ਤੇ ਡਾਕਟਰ ਗੁਰਪ੍ਰੀਤ ਸਿੰਘ ਚਲਾ ਰਹੇ ਹੈਗੇ ਨੇ। ਇੱਦਾਂ ਹੀ NCC ਸੈੱਲ ਜਿਹੜਾ ਹੈਗਾ ਆ, ਉਹਨੂੰ ਪ੍ਰੋਫੈਸਰ ਸੰਦੀਪ ਸਿੰਘ ਹੁੰਦਲ ਚਲਾ ਰਿਹਾ ਹੈਗਾ। ਇਸ ਦੇ ਨਾਲ ਹੀ ਜੇਕਰ ਅਸੀਂ ਇਹ ਗੱਲ ਕਰੀਏ ਕਿ ਅਸੀਂ ਵਾਤਾਵਰਣ ਨੂੰ ਬਚਾਉਣ ਦੇ ਲਈ ਇਕੱਲਾ ਪਰਾਲੀ ਦੇ ਉੱਤੇ ਨਹੀਂ, ਅਸੀਂ ਜਿਹੜੀ ਨੋ ਪਲਾਸਟਿਕ ਦੇ ਉੱਤੇ ਉਸ ਤਰ੍ਹਾਂ ਦੀਆਂ ਰੈਲੀਜ਼ ਵੀ ਜਿਹੜੀਆਂ ਐਕਸਟੈਂਸ਼ਨ ਸੈੱਲ ਦੇ ਦੁਆਰਾ ਕੱਢੀਆਂ ਜਾਂਦੀਆਂ ਹੈਗੀਆਂ ਨੇ। ਔਰ ਬੱਚੇ ਉਹਦੇ ਵਿੱਚ ਵੱਧ ਚੜ ਕੇ ਭਾਗ ਲੈਂਦੇ ਨੇ ਤੇ ਲੋਕ ਵੀ, ਮਤਲਬ ਜੇ ਅਸੀਂ ਬਾਰ-ਬਾਰ ਉਹ ਐਕਟੀਵਿਟੀ ਕਰਦੇ ਹੈਗੇ ਤੇ ਲੋਕਾਂ ਨੂੰ ਕੁਛ ਨਾ ਕੁਛ ਉਹਦੇ ਵਿੱਚੋਂ ਜ਼ਰੂਰ ਸਿੱਖਣ ਨੂੰ ਮਿਲਦਾ ਹੈਗਾ। ਇੱਕ ਮੈਡਮ ਗੱਲ ਹੈ ਜਿਹੜੀ ਕਿ ਦੇਖੋ ਬੱਚਿਆਂ ਨੂੰ ਹੁੰਦਾ ਕਿ ਸਾਨੂੰ ਮਤਲਬ 10+2 ਕਰਦੇ ਹਾਂ, ਅਸੀਂ ਡਿਗਰੀਆਂ ਲੈਂਦੇ ਹਾਂ, ਤੇ ਚਾਹੇ ਕਿ ਆਪ ਸਰਕਾਰ ਨੇ ਕਾਫੀ ਉਪਰਾਲਾ ਕੀਤਾ ਕਿ ਬੱਚਿਆਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ, ਪ੍ਰਾਈਵੇਟ ਖੇਤਰ ਦੇ ਵਿੱਚ ਵੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਹੁਣ ਇਸ ਵਾਰ ਉਹਨਾਂ ਨੂੰ ਜਿਹੜੇ ਯੋਗ ਵਿਦਿਆਰਥੀ ਸੀਗੇ ਉਹਨਾਂ ਨੂੰ ਵੀ ਇਸ ਵਾਰ ਸਰਕਾਰੀ ਅਹੁਦਿਆਂ ਦੀਆਂ ਉੱਤੇ ਨੌਕਰੀਆਂ ਮਿਲੀਆਂ ਨੇ। ਪਰ ਹੁਣ ਇੱਕ ਗੱਲ ਇੱਥੇ ਫਿਰ ਸਾਹਮਣੇ ਆ ਰਹੀ ਆ ਕਿ 10+2 ਤੋਂ ਕਰਨ ਤੋਂ ਬਾਅਦ ਇੱਕ ਸਾਡੇ ਖਾਸ ਕਰਕੇ ਪੰਜਾਬੀਆਂ ਦੇ ਵਿੱਚ ਰੁਝਾਨ ਬਣਿਆ ਹੋਇਆ ਕਿ ਆਈਲੈਟਸ ਕਰੋ ਤੇ ਬੱਚਾ ਜਿਹੜਾ ਉਹ ਕੈਨੇਡਾ, ਅਮਰੀਕਾ ਦੇ ਵਿੱਚ ਇਹ ਤੁਸੀਂ ਉਹਨੂੰ ਹਾਇਰ ਐਜੂਕੇਸ਼ਨ ਦੇ ਲਈ ਭੇਜ ਦਿਓ। ਤੇ ਇਹ ਰੁਝਾਨ ਨੂੰ ਮੈਡਮ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਤੇ ਇਹ ਰੁਝਾਨ ਦਾ ਤੁਹਾਡੇ ਜਿਵੇਂ ਗ੍ਰੈਜੂਏਸ਼ਨ ਦੇ ਵਿੱਚ ਬੱਚੇ ਨੇ ਦਾਖਲਾ ਲੈਣਾ ਹੁੰਦਾ, ਤੁਹਾਡੇ ਕਾਲਜਾਂ ਦੇ ਉੱਤੇ ਇਹਦਾ ਕੀ ਨੈਗੇਟਿਵ ਇਫੈਕਟ ਪੈ ਰਿਹਾ? ਸਾਡੇ ਕਾਲਜਾਂ ਦੇ ਉੱਤੇ ਇਸ ਗੱਲ ਦਾ ਜ਼ਰੂਰ ਨੈਗੇਟਿਵ ਇਫੈਕਟ ਪੈ ਰਿਹਾ, ਕਿਉਂਕਿ ਜੇਕਰ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਆ ਕਿ ਪੈਰੈਂਟਸ ਦਾ ਜਾਂ ਜਿਹੜੇ ਸਮਾਜ ਆ ਉਹ ਸਾਰੇ ਉੱਧਰ ਨੂੰ ਝੁਕਣਾ ਸ਼ੁਰੂ ਹੋ ਗਏ ਨੇ ਕਿ ਜੇ ਬੱਚਾ ਹਾਇਰ ਐਜੂਕੇਸ਼ਨ ਲੈਣ ਜਾ ਰਿਹਾ। ਮੇਰੇ ਖਿਆਲ 'ਚ ਪੈਰੈਂਟਸ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਹਾਇਰ ਐਜੂਕੇਸ਼ਨ ਕੀ ਹੈਗੀ ਆ। ਜੇ ਅਸੀਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਾਂਦੇ ਹਾਂ,
ਨਾ ਕਿ +2 ਤੋਂ ਬਾਅਦ ਇਟਸ ਨਾਟ ਅ ਹਾਇਰ ਐਜੂਕੇਸ਼ਨ। ਉਹ ਬੇਸਿਕ ਐਜੂਕੇਸ਼ਨ ਹੈ। ਉਹ ਬੇਸਿਕ ਐਜੂਕੇਸ਼ਨ ਦੇ ਦੌਰਾਨ ਬੱਚੇ ਦਾ ਜਿਹੜਾ ਬ੍ਰੇਨ ਹੈਗਾ ਆ ਉਹਨੂੰ ਮੈਚਿਓਰ ਕਰਨ ਦੇ ਵਾਸਤੇ, ਉਹਨੂੰ ਨਰਚਰ ਕਰਨ ਦੇ ਵਾਸਤੇ ਉਹ ਐਜੂਕੇਸ਼ਨ ਦਿੱਤੀ ਜਾਂਦੀ ਹੈ, ਉਹਦੀ ਪਰਸਨੈਲਿਟੀ ਡਿਵੈਲਪਮੈਂਟ ਵਾਸਤੇ ਦਿੱਤੀ ਜਾਂਦੀ ਆ। ਜੇਕਰ ਅਸੀਂ ਆਪਣੀ ਪਰਸਨੈਲਿਟੀ ਨੂੰ ਫੁੱਲੀ ਡਿਵੈਲਪ ਕਰਕੇ ਅਸੀਂ ਕਿਸੇ ਹਾਇਰ ਐਜੂਕੇਸ਼ਨ ਵਾਸਤੇ ਜਾਂਦੇ ਹਾਂ ਤਾਂ ਅਸੀਂ ਜ਼ਰੂਰ ਹੀ ਉਹਦੇ ਵਿੱਚ ਕੁਝ ਅੱਛੇ ਨਤੀਜੇ ਹਾਸਲ ਕਰਾਂਗੇ। ਜਿਹੜੇ ਕਿ ਪੈਰੈਂਟਸ ਜਾਂ ਬੱਚੇ 10th ਤੋਂ ਬਾਅਦ ਜਾਂ +2 ਤੋਂ ਬਾਅਦ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ, ਮੇਰੀ ਉਹਨਾਂ ਨੂੰ ਪੁਰਜ਼ੋਰ ਬੇਨਤੀ ਆ, ਮੇਰੀ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਭੇਜੋ, ਜ਼ਰੂਰ ਭੇਜੋ ਬੱਚਿਆਂ ਨੂੰ, ਪਰ ਇਸ ਲਈ ਨਾ ਭੇਜੋ ਕਿ ਸਿਰਫ ਅਸੀਂ ਆਪਣੀਆਂ ਫੈਮਿਲੀਜ਼ ਪਿੱਛੇ ਚਲੇ ਜਾਣ ਜਾਂ ਬੱਚਾ ਸਾਡੀ ਫੈਮਿਲੀ ਨੂੰ ਕੈਟਰ ਕਰ ਦੇਵੇ। ਇਹ ਦੇਖੋ, ਕਿਉਂਕਿ ਬੱਚਾ ਆਪਣਾ ਜਿਗਰ ਦਾ ਟੁਕੜਾ ਹੁੰਦਾ। ਜੇਕਰ ਅਸੀਂ ਆਪਣੇ ਜਿਗਰ ਦੇ ਟੁਕੜੇ ਨੂੰ ਇੱਕ ਮਾੜੀ ਜਿਹੀ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਬਹੁਤ ਫੀਲ ਕਰਦੇ ਹਾਂ, ਅਤੇ ਜਦੋਂ ਅਸੀਂ 7 ਸਮੁੰਦਰ ਬਾਹਰ ਭੇਜ ਦਿੰਦੇ ਹੈਗੇ ਆ ਤੇ ਅਸੀਂ ਇਕੱਲਾ ਬੱਚਾ ਉੱਥੇ ਜਾ ਕੇ ਕਿੱਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ, ਉਹ ਤੁਸੀਂ ਸਾਰੇ ਹੀ ਇਸ ਚੀਜ਼ ਨੂੰ YouTube ਦੇ ਉੱਤੇ ਦੇਖ ਸਕਦੇ ਆ। ਹਰ ਦਿਨ ਨਿਊਜ਼ਪੇਪਰ ਦੇ ਵਿੱਚ ਇੱਕ ਅੱਧੀ ਇਹੋ ਜਿਹੀ ਖਬਰ ਹੁੰਦੀ ਆ ਕਿ ਫਲਾਣੀ ਜਗ੍ਹਾ ਕੋਈ ਬੱਚੇ ਨੇ ਸੁਸਾਈਡ ਕਰ ਲਿਆ, ਜਾਂ ਬੱਚੇ ਨੇ ਫੀਸ ਨਾ ਭਰਨ ਕਰਕੇ ਉਹਨੇ ਇਸ ਤਰ੍ਹਾਂ ਦਾ ਸੁਸਾਈਡ ਅਟੈਂਪਟ ਕੀਤਾ, ਜਾਂ ਕਿਸੇ ਦੀ ਐਕਸੀਡੈਂਟਲ ਡੈਥ ਹੋ ਗਈ, ਜਿੱਥੇ ਕਿ ਅਸੀਂ ਇਮੀਡੀਏਟਲੀ ਜਾ ਵੀ ਨਹੀਂ ਸਕਦੇ। ਇਸ ਤੋਂ ਇਲਾਵਾ ਅੱਜ ਦੇ ਟਾਈਮ ਦੇ ਵਿੱਚ ਇਹ ਵੀ ਹੋ ਰਿਹਾ ਹੈਗਾ ਕਿ ਉੱਥੋਂ ਬਹੁਤ ਸਾਰੇ ਕਈ ਕਾਲਜਸ ਬੰਦ ਹੋ ਚੁੱਕੇ ਹੈਗੇ ਨੇ, ਜਿਵੇਂ ਸੁਡਾਨ ਨੇ, ਆਸਟ੍ਰੇਲੀਆ ਨੇ, ਕੈਨੇਡਾ ਨੇ, ਬਹੁਤ ਸਾਰੇ ਬੱਚਿਆਂ ਨੂੰ ਡਿਪੋਰਟ ਵੀ ਕਰ ਦਿੱਤਾ ਹੈਗਾ। ਡਿਪੋਰਟ ਦਾ ਕਾਰਨ ਇਹ ਹੋਇਆ ਵੀ ਜਿਹੜੇ ਨਾ ਉੱਥੇ ਇਹਨਾਂ ਬੱਚਿਆਂ ਨੂੰ ਆਫਰ ਲੈਟਰ ਸੀਗਾ, ਇਵਨ ਉੱਥੇ ਕਾਲਜ ਵੀ ਨਹੀਂ ਸੀਗਾ। ਲਗਭਗ ਹੁਣ ਇਹ ਗੱਲ ਹੋ ਰਹੀ ਹੈ ਕਿ 700 ਬੱਚਿਆਂ ਨੂੰ ਡਿਪੋਰਟ ਕੀਤਾ ਜਾ ਰਿਹਾ, ਤੇ ਮਾਂ-ਬਾਪ ਨੇ ਆਪਣੀਆਂ ਜ਼ਮੀਨਾਂ ਗਹਿਣੇ ਕਰਕੇ ਜਾਂ ਵੇਚ ਕੇ ਲੱਖਾਂ ਰੁਪਏ ਨੇ ਜਿਹੜੇ ਉਹ ਉਹਨਾਂ ਦੇ ਖਰਾਬ ਹੋਏ ਨੇ। ਹਾਂਜੀ, ਬਿਲਕੁਲ ਜੀ। ਇਹਦੇ ਬਾਰੇ ਮੈਂ ਇਹ ਜ਼ਰੂਰ ਦੱਸਣਾ ਚਾਹਾਂਗੀ ਕਿ ਜਿਹੜੇ ਵਿਦਿਆਰਥੀ ਮਤਲਬ ਜਾਂ ਪੈਰੈਂਟਸ ਜਿਹੜੇ ਹੈਗੇ ਨੇ ਲੱਖਾਂ ਰੁਪਏ ਲਾ ਕੇ ਜਾਂਦੇ ਹੈਗੇ ਨੇ, ਜੇਕਰ ਉਹ ਘੱਟੋ ਘੱਟ ਆਪਣੀ ਇੱਥੇ ਬੇਸਿਕ ਐਜੂਕੇਸ਼ਨ ਜਿਹੜੀ ਹੈਗੀ ਆ, ਗ੍ਰੈਜੂਏਸ਼ਨ ਜ਼ਰੂਰ ਇੱਥੋਂ ਕਰਕੇ ਜਾਣ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਅੱਗੋਂ ਜਾ ਕੇ ਅਸੀਂ ਕਿਹੜੇ ਫੀਲਡਸ ਦੇ ਵਿੱਚ ਆਪਣੇ ਆਪ ਨੂੰ ਐਕਸੈਲ ਕਰ ਸਕਦੇ ਹਾਂ। ਕਿਉਂਕਿ ਜੇਕਰ ਦੇਖਿਆ ਜਾਵੇ ਕਿ ਜਿਹੜੇ ਇਹ ਮਤਲਬ ਦੂਜੇ ਵੀ ਜਿਹੜੇ ਵੀ ਕੰਟਰੀਜ਼ ਨੇ ਇਹ ਓਪਨ ਕੀਤੇ ਹੋਏ ਹੈਗੇ ਨੇ, ਉਹਨਾਂ ਦਾ ਮੇਨ ਮਕਸਦ ਕੀ ਹੈਗਾ ਕਿ ਉਹਨਾਂ ਦੇ ਕੋਲ ਉਹਨਾਂ ਦੀ ਜਿਹੜੀ ਹੈਗੀ ਆ ਕਿ ਪੜ੍ਹੀ ਲਿਖੀ ਉਹਨਾਂ ਨੂੰ ਇੱਕ ਇਸ ਤਰ੍ਹਾਂ ਦੀ ਲੇਬਰ ਮਿਲ ਜਾਏ ਕਿ ਜਿਹੜਾ ਉਹਨਾਂ ਦੇ ਕੰਮ ਠੀਕ ਤਰੀਕੇ ਦੇ ਨਾਲ ਚੱਲਦੇ ਰਹਿਣ। ਔਰ ਅਸੀਂ ਜੇਕਰ ਇਸ ਗੱਲ ਨੂੰ ਸਮਝਾਂਗੇ ਕਿ ਜੇਕਰ ਦੇਖਿਆ ਜਾਵੇ ਕਿ ਸਾਡੀ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਨੇ ਬਹੁਤ ਸਾਰੀਆਂ ਅੱਛੀਆਂ ਪੋਸਟਾਂ 'ਤੇ ਵੀ ਜੇ ਬੈਠੇ ਨੇ, ਬਾਹਰ ਜਾ ਕੇ ਬੈਠੇ ਨੇ, ਉਹ ਉਹੀ ਬੱਚੇ ਨੇ ਜਿਹੜੇ ਘੱਟੋ ਘੱਟ ਇੱਥੋਂ ਗ੍ਰੈਜੂਏਸ਼ਨ ਕਰਕੇ ਨਿਕਲੇ ਹੈਗੇ ਨੇ। ਮੈਡਮ ਆਪਾਂ ਵੀ ਉਹਨਾਂ ਦੇ ਇੱਕ ਸਾਨਣੀ ਲਾਈ ਹੋਈ ਆ, ਤੇ ਪਹਿਲਾਂ ਤਾਂ ਐਲੀਜੀਬਿਲਟੀ ਰੱਖੀ ਹੋਈ ਹੈ ਕਿ ਉਹਨਾਂ ਦੇ ਬੱਚੇ ਦੇ CBSE ਦੇ ਵਿੱਚੋਂ 60 ਜਾਂ 65% 70%, ਉਸ ਤੋਂ ਬਾਅਦ ਇੱਕ ਸਾਨਣੀ ਲਾਤੀ ਕਿ ਆਈਲੈਟਸ ਆ ਜਿਹੜਾ ਇੰਨੇ %। ਡੈਟ ਮੀਨ ਸਾਡੀ ਕਰੀਮ ਆ ਜਿਹੜੀ ਉਹ ਤਾਂ ਫਿਰ ਬਾਹਰ ਜਾ ਰਹੀ ਆ। ਤੇ ਜਦੋਂ ਕਿ ਉਹਨਾਂ ਦੀ ਲੋੜ, ਅੱਜ ਤੁਸੀਂ ਇਹ ਨਹੀਂ ਫੀਲ ਕਰ ਰਹੇ ਕਿ ਪੰਜਾਬ ਨੂੰ ਉਹਨਾਂ ਦੀ ਵੱਡੀ ਲੋੜ ਆ? ਬਿਲਕੁਲ ਜੀ, ਪੰਜਾਬ ਨੂੰ ਬਹੁਤ ਵੱਡੀ ਲੋੜ ਹੈ। ਪੰਜਾਬ ਸਾਡੀ ਇੱਕ ਇਹੋ ਜਿਹੀ ਸਟੇਟ ਹੈ, ਇਹੋ ਜਿਹੀ ਖੁਸ਼ਹਾਲ ਸਟੇਟ ਹੈ, ਜਿਹੜੀ ਕਿ ਸ਼ਾਇਦ ਮੇਰੇ ਖਿਆਲ 'ਚ ਅਸੀਂ ਵੀ ਘੁੰਮ ਕੇ ਦੇਖਿਆ, ਤੁਸੀਂ ਵੀ ਘੁੰਮ ਕੇ ਦੇਖਿਆ ਹੋਏਗਾ, ਇਸ ਤਰ੍ਹਾਂ ਦੀ ਸਟੇਟ ਕਿਤੇ ਨਹੀਂ ਹੋਏਗੀ ਜਿੱਥੋਂ ਤੱਕ। ਸੋ ਜੇਕਰ ਅਸੀਂ ਆਪਣੀ ਕਰੀਮ ਨੂੰ ਇੱਥੇ ਰੱਖ ਕੇ ਮਤਲਬ ਉਹਨਾਂ ਨੂੰ ਅੱਗੇ ਵਧਾਵਾਂਗੇ ਤਾਂ ਸ਼ਾਇਦ ਅਸੀਂ ਹੋਰ ਵੀ ਅੱਗੇ ਵੱਧ ਸਕਦੇ ਹਾਂ। ਜਿੱਥੋਂ ਤੱਕ ਜੇਕਰ ਮੈਂ ਇੱਕ ਗੱਲ ਹੋਰ ਕਰਨੀ ਚਾਹਾਂਗੀ ਕਿ ਜਿਹੜੇ ਬੱਚੇ ਡਿਪੋਰਟ ਹੋ ਰਹੇ ਨੇ, ਉਹਨਾਂ ਦਾ ਮੇਨ ਕਾਰਨ ਇਹ ਵੀ ਹੈਗਾ ਆ ਕਿ ਇੱਕ ਤਾਂ ਯੂਨੀਵਰਸਿਟੀਜ਼ ਜਾਂ ਕਾਲਜ ਬੰਦ ਹੋਣ ਦਾ, ਦੂਜੀ ਗੱਲ ਫੇਕ ਕਾਲਜ ਹੋਣ ਦਾ, ਦੂਜੀ ਗੱਲ ਕਿ ਅੰਬੈਸੀਜ਼ ਤੋਂ ਕਈ ਵਾਰੀ ਬੱਚੇ 에ਅਰਪੋਰਟ ਤੋਂ ਹੀ ਮੋੜ ਦਿੱਤੇ ਜਾਂਦੇ ਨੇ ਜਦੋਂ ਬੱਚੇ ਉੱਥੇ ਆਪਣੀ ਸਪੀਕਿੰਗ ਕਲੀਅਰ ਨਹੀਂ ਕਰ ਪਾਉਂਦੇ ਹੈਗੇ। ਕਹਿਣ ਦਾ ਭਾਵ ਕਿ ਉੱਥੇ ਉਹ ਜਿਹੜੇ ਆਫਿਸਰਸ ਹੈਗੇ ਆ ਉਹਨਾਂ ਨੂੰ ਆਪਣੇ ਜਵਾਬ ਤਸੱਲੀ ਬਖਸ਼ ਨਹੀਂ ਦੇ ਪਾਉਂਦੇ। ਰੀਜ਼ਨ ਕੀ ਹੈਗਾ ਕਿ ਉਹ ਆਇਲਟਸ ਵੀ ਉਹਨਾਂ ਨੇ ਸਹੀ ਤਰੀਕੇ ਨਾਲ ਨਹੀਂ ਕੀਤਾ ਹੁੰਦਾ। ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਮੇਰਾ ਕੋਰਸ ਕਿਹੜਾ, ਤੇ ਕਿਹੜਾ ਕਾਲਜ ਆ, ਕਿਹੜਾ ਕੋਰਸ ਹੈ, ਤੇ ਮੈਂ ਜਾਣਾ ਕਿੱਥੇ ਆ। ਬਿਲਕੁਲ ਜੀ, ਬਿਲਕੁਲ। ਸੋ ਉਹਦਾ ਰੀਜ਼ਨ ਇਹੀ ਹੁੰਦਾ ਕਿ ਬੱਚੇ ਛੋਟੇ ਹੁੰਦੇ ਨੇ। 10th ਤੋਂ ਬਾਅਦ ਜਾਂ +2 ਤੋਂ ਬਾਅਦ ਬੱਚਾ ਕਿੰਨਾ ਕੁ ਮੈਚਿਓਰ ਹੁੰਦਾ। ਤੁਸੀਂ ਤਾਂ ਤੁਹਾਡਾ ਕਹਿਣਾ ਕਿ ਕਮ ਸੇ ਕਮ ਗ੍ਰੈਜੂਏਸ਼ਨ, ਹਾਂਜੀ, ਘੱਟੋ ਘੱਟ ਬੱਚਿਆਂ ਨੂੰ ਗ੍ਰੈਜੂਏਸ਼ਨ ਕਰਕੇ ਜਾਣਾ ਜ਼ਰੂਰੀ ਹੈਗਾ ਆ। ਅਸੀਂ ਮਤਲਬ ਇਲਾਕੇ ਦੇ ਵਿੱਚ ਇਸ ਵਾਸਤੇ ਜੇ ਸਾਡੇ ਡਾਕਟਰ ਸਾਹਿਬ ਡਾਕਟਰ ਈਸ਼ਵਰ ਸਿੰਘ ਜੀ ਨੇ, ਜਾਂ ਉਹਨਾਂ ਦੀ ਹੁਣ ਜਿਹੜੀ ਪਰਿਵਾਰਕ ਮੈਂਬਰ ਮੈਡਮ ਮਿਸਿਸ ਰੂਪ ਬਰਾੜ, ਜਿਹੜੇ ਕਿ ਬਹੁਤ ਵੱਡੇ ਐਫਰਟਸ ਕਰ ਰਹੇ ਹੈਗੇ ਨੇ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦਿੱਤੀ ਜਾ ਸਕੇ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਹਮੇਸ਼ਾ ਕਾਲਜ ਨੂੰ ਤੇ ਸਟਾਫ ਨੂੰ ਹਮੇਸ਼ਾ ਸਪੋਰਟ ਕੀਤਾ। ਤੇ ਨਾਲ ਦੀ ਨਾਲ ਮੈਂ ਇਹ ਵੀ ਦੱਸਣਾ ਜ਼ਰੂਰ ਚਾਹਾਂਗੀ ਕਿ ਕਾਲਜ ਦਾ ਸਟਾਫ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਮਿਹਨਤੀ ਤੇ ਸਿਰੜੀ ਹੈ। ਇੱਕ ਮੈਡਮ, ਗੁਰੂ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ ਬੰਦੇ ਦੇ ਹਰ ਇੱਕ ਮਨੁੱਖ ਦੀ ਲਾਈਫ ਦੇ ਵਿੱਚ। ਜਿਸ ਤਰ੍ਹਾਂ ਅਸੀਂ ਆਖਦੇ ਵੀ ਹਾਂ, ਟੀਚਰ ਜਿਹੜਾ ਹੈ ਨਾ,
ਉਹ ਸੈਕੰਡ ਪੇਰੈਂਟ ਹੁੰਦਾ। ਟੀਚਰ ਇਜ਼ ਦਾ ਸੈਕੰਡ ਪੇਰੈਂਟ ਆਫ ਦਾ ਚਾਈਲਡ। ਤੇ ਇੱਕ ਮੈਡਮ ਤੁਸੀਂ ਗੁਰੂ ਹੋ, ਤੁਹਾਡੇ ਵਿੱਚ ਜ਼ਿਆਦਾ ਬੱਚੇ ਰਹਿੰਦੇ ਨੇ, ਜ਼ਿਆਦਾ ਟਾਈਮ ਤੁਹਾਡੇ ਵਿੱਚ ਸਪੈਂਡ ਕਰਦੇ ਨੇ, ਹਨਾ। ਤੇ ਹੁਣ ਉਹ ਬੱਚੇ ਇੰਨੇ ਵੀ ਨਿੱਕੇ ਨਹੀਂ ਹੈਗੇ ਕਾਲਜ ਦੇ ਕਿ ਉਹ ਸਮਝ ਨਾ ਸਕਣ, ਠੀਕ ਹੈ ਜੀ। ਤੇ ਜਿੱਦਾਂ ਨਸ਼ੇ ਦਾ ਰੁਝਾਨ ਆ, ਹਨਾ, ਕਹਿੰਦੇ ਅਸੀਂ ਸਾਰੀਆਂ ਚੀਜ਼ਾਂ ਪ੍ਰਾਪਤ ਕਰ ਲਾਂਗੇ, ਜੇ ਸਾਡੀ ਔਲਾਦ ਨਸ਼ੇ ਵੱਲ ਚਲੇ ਗਈ ਤਾਂ ਅਸੀਂ ਆਪਣਾ ਜਿੰਨਾ ਕਮਾਇਆ ਸਾਰਾ ਖਰਾਬ ਕਰ ਲਿਆ। ਇੱਕ ਗੁਰੂ ਹੋਣ ਦੇ ਨਾਤੇ ਤੁਸੀਂ ਇਹਨਾਂ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਇੱਕ ਮੈਂ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੀ ਕਿ ਬੱਚਿਓ, ਤੁਹਾਡਾ ਭਵਿੱਖ ਜਿਹੜਾ ਹੈਗਾ ਆ ਉਹ ਬਹੁਤ ਹੀ ਮਤਲਬ ਵਾਈਡ ਹੈ, ਬਹੁਤ ਉਜਵਲ ਹੋ ਸਕਦਾ ਆ ਜੇਕਰ ਅਸੀਂ ਥੋੜ੍ਹੀ ਜਿਹੀ ਸਮਝ ਦੇ ਨਾਲ ਚੱਲੀਏ ਕਿ ਸਾਨੂੰ, ਜਿਵੇਂ ਕਿ ਮੈਂ ਸ਼ੁਰੂ ਹੀ ਇੱਥੋਂ ਕੀਤਾ ਸੀ ਕਿ ਐਜੂਕੇਸ਼ਨ ਸਾਨੂੰ ਉਹ ਸਿਖਾਉਂਦੀ ਆ ਜੋ ਸਾਨੂੰ ਬਣਨਾ ਚਾਹੀਦਾ ਅਤੇ ਉਹ ਬਣਨ ਤੋਂ ਰੋਕਦੀ ਹੈ ਜੋ ਸਾਨੂੰ ਨਹੀਂ ਬਣਨਾ ਚਾਹੀਦਾ। ਸੋ ਅਸੀਂ ਬੀਇੰਗ ਏ ਟੀਚਰਸ, ਬੀਇੰਗ ਏ ਗੁਰੂ, ਬੱਚਿਆਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਆਪਣਾ ਪੜ੍ਹਾਈ ਵੱਲ, ਖੇਡਾਂ ਵੱਲ, ਆਪਣੀਆਂ ਐਕਟੀਵਿਟੀਜ਼ ਵੱਲ ਪੂਰਾ ਤੋਂ ਪੂਰਾ ਧਿਆਨ ਦਿਓ, ਕਿਉਂਕਿ ਅਸੀਂ ਬੈਡ ਐਕਟੀਵਿਟੀਜ਼ ਵੱਲ ਉਦੋਂ ਹੀ ਜਾਂਦੇ ਹਾਂ ਜਦੋਂ ਸਾਡੀ એનર્ਜੀ ਸਹੀ ਜਗ੍ਹਾ ਚੈਨਲਾਈਜ਼ ਨਹੀਂ ਹੁੰਦੀ। ਅਤੇ ਆਪਣੀ એનર્ਜੀ ਨੂੰ ਸਹੀ ਜਗ੍ਹਾ ਚੈਨਲਾਈਜ਼ ਕਰਨ ਦੇ ਲਈ ਸਪੋਰਟਸ ਤੋਂ ਵੱਡਾ ਕੋਈ ਵੀ ਪਲੈਟਫਾਰਮ ਨਹੀਂ ਹੈਗਾ। ਸੋ ਸਾਨੂੰ ਸਾਰਿਆਂ ਨੂੰ ਹੀ, ਮਤਲਬ ਇਹ ਨਹੀਂ ਹੈਗਾ ਕਿ ਇਕੱਲੇ ਬੱਚਿਆਂ ਨੂੰ, ਵੱਡਿਆਂ ਨੂੰ ਵੀ ਆਪਣੀਆਂ ਬਿਮਾਰੀਆਂ ਤੋਂ ਬਚਣ ਦੇ ਲਈ, ਆਪਣੇ ਆਪ ਨੂੰ ਜ਼ਿਆਦਾ ਸ਼ਾਰਪ ਅਤੇ ਜ਼ਿਆਦਾ ਐਕਟਿਵ ਕਰਨ ਦੇ ਵਾਸਤੇ ਸਾਨੂੰ ਸਵੇਰੇ ਸ਼ਾਮ ਗਰਾਊਂਡ ਦੇ ਵਿੱਚ ਵੀ ਜਾਣਾ ਜ਼ਰੂਰੀ ਹੈਗਾ। ਇਸ ਤੋਂ ਇਲਾਵਾ ਇਕੱਲਾ ਮੈਂ ਇਹ ਨਹੀਂ ਕਹਾਂਗੀ, ਕਿਉਂਕਿ ਐਕਟੀਵਿਟੀਜ਼ ਤਾਂ ਜਿਹੜੀ ਹੈਗੀ ਆ ਇਟਸ ਅ ਬੇਸ ਆਫ ਹਿਊਮਨ ਬੀਇੰਗ। ਐਕਟੀਵਿਟੀ ਕੋਈ ਵੀ ਜਿਹੜੀ ਹੈਗੀ ਹੈ, ਜਿਹੜੀ ਸਾਨੂੰ ਨਰਚਰ ਕਰਦੀ ਹੈਗੀ ਹੈ, ਉਹ ਚਾਹੇ ਕਲਚਰਲ ਐਕਟੀਵਿਟੀ, ਜਿਵੇਂ ਸਾਡੇ ਕੋਲ ਗਿੱਧਾ, ਭੰਗੜਾ, ਸਾਰੀਆਂ ਐਕਟੀਵਿਟੀਜ਼ ਅਸੀਂ ਕਾਲਜ ਦੇ ਵਿੱਚ ਜਦੋਂ ਕਰਾਉਂਦੇ ਹਾਂ ਤਾਂ ਉਹਦੇ ਵਿੱਚ ਬੱਚਿਆਂ ਦਾ ਪੂਰਾ ਜ਼ੋਰ ਲੱਗਦਾ ਹੈ ਅਤੇ ਉਹਨਾਂ ਦੀ એનર્ਜੀ ਸਹੀ ਜਗ੍ਹਾ ਚੈਨਲਾਈਜ਼ ਹੋ ਜਾਂਦੀ ਹੈ। ਤੁਸੀਂ ਸਾਰੇ ਗੁਣਾਂ ਦਾ ਵਿਕਾਸ ਕਰਨਾ ਤਾਂ ਐਕਟੀਵਿਟੀ ਵਿੱਚ ਹਿੱਸਾ ਲੈਣਾ ਅਤੀ ਜ਼ਰੂਰੀ ਆ। ਐਕਟੀਵਿਟੀ ਤੇ ਪਲੱਸ ਐਜੂਕੇਸ਼ਨ, ਬੋਥ ਵੇ। ਐਜੂਕੇਸ਼ਨ ਤਾਂ ਪਹਿਲੀ ਨੰਬਰ ਤੇ ਆ ਗਈ। ਹਾਂਜੀ, ਦੋਨੋਂ ਹੀ ਇੱਕ ਦੂਜੇ ਨਾਲ ਰਿਲੇਟਡ ਨੇ। ਜਿਵੇਂ ਕਿ ਅਸੀਂ ਕਹਿੰਦੇ ਹਾਂ ਕਿ ਐਜੂਕੇਸ਼ਨ ਇਜ਼ ਦ ਇੰਟੈਗਰਲ ਪਾਰਟ ਆਫ ਦ ਟੋਟਲ ਡਿਵੈਲਪਮੈਂਟ। In the same way, activity is the integral part of the total education. ਜੇ ਐਕਟੀਵਿਟੀ ਨਹੀਂ ਹੈਗੀ ਤਾਂ ਅਸੀਂ ਕੁਛ ਨਹੀਂ ਹੈਗੇ, ਤੇ ਜੇ ਐਜੂਕੇਸ਼ਨ ਨਹੀਂ ਹੈਗੀ ਤਾਂ ਵੀ ਅਸੀਂ